लंबे समय तो सतगुरां दी बाणी के पाठ रूप इत्थे जब तक होए दसों पातशाहियों के आत्मिक स्वरूप हैं गुरु ग्रंथ साहिब जी बरकतां क्यों ना फिर पाओ बेअंत नितनेम करने वाले गुरसिखा ने नितनेम और संगत रूप के अंदर गुरमंत्र के जाप 40-40 दिन के जब तक समागम 40 मुक्तियां समर्पित ये सारा ही पुण्य इकट्ठा होके इस जगह के इन्ने भाग जागृत कर देते हैं। ये जगह सतगुरां की अपार बख्शिश की कृपा की पात्र बन गई है। एकाग्रता
ਸੁਤੇ ਸਿੱਧੀ ਹੋ ਜਾਂਦੀ ਹੈ। ਕੁਝ ਕਹਿਣ ਤੇ ਸੁਣਨ ਨੂੰ ਜੀ ਕਰਦਾ ਇੱਥੇ ਬਹਿ ਕੇ। ਇਹ ਜਗ੍ਹਾ ਦਾ ਪ੍ਰਭਾਵ ਹੈ। ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਦਾ ਅਤ ਸਨੇਹ ਇਸ ਸਥਾਨ ਦੇ ਨਾਲ ਹੈ। ਇਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕੇ ਸ਼ਾਮਾਂ ਦੇ ਵਕਤ ਅੱਜ ਵੀ ਨਿਤ ਦੇ ਨਿਯਮ ਅਨੁਸਾਰ ਇਕੱਤਰ ਹੋਏ ਹੋ। ਰਾਗੀ ਸਿੰਘ ਸਾਹਿਬਾਨਾਂ ਨੇ ਮਨੋਹਰ ਕੀਰਤਨ, ਸੁੰਦਰ ਕੀਰਤਨ ਆਪ ਜੀ ਨੂੰ ਗੁਰਸ਼ਬਦ ਸੁਣਾਏ ਤੇ ਇਤਿਹਾਸ ਦੀ ਕਥਾ ਆਪ ਜੀ ਸੁਣਨ ਵਾਸਤੇ ਇਕੱਤਰ ਹੋਏ ਹੋ। ਮੌਸਮ ਭਾਵੇਂ ਬਹੁਤ ਨਿਤ ਵਰਗਾ ਨਹੀਂ, ਖਰਾਬ ਮੌਸਮ ਦੇ ਵਿੱਚ ਵੀ, ਬਰਫਾਂ ਪੈਂਦੀਆਂ ਦੇ ਵਿੱਚ ਵੀ ਆਪ ਸੰਗਤਾਂ ਦਾ ਕਥਾ ਨਾਲ ਇਤਨਾ ਸਨੇਹ ਹੈ ਕਿ ਮੌਸਮ ਵੀ ਤੁਹਾਡੇ ਪ੍ਰੇਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ। ਸੋ ਆਓ, ਜੋ ਲੜੀਵਾਰ ਕਥਾ ਚੱਲਦੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਪ੍ਰਕਾਰ ਭਾਈ ਕੀ ਡਰੋਲੀ ਤੋਂ ਸਹਿਜ ਭਾਅ ਨਾਲ ਰਸਤੇ 'ਚ ਪੜਾ ਕਰਦੇ ਹੋਏ ਤਰਨਤਾਰਨ ਸਾਹਿਬ ਰਾਤ ਕੱਟ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ, ਪਰਿਕਰਮਾ ਕੀਤੀਆਂ, ਹਰਿਮੰਦਰ ਸਾਹਿਬ ਮੱਥਾ ਟੇਕਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸਾਹਿਬਜ਼ਾਦੇ ਨੂੰ ਨਮਸਕਾਰ ਕਰਾਈ। ਇਹ 4 ਪਰਿਕਰਮਾ ਹਰਿਮੰਦਰ ਸਾਹਿਬ ਦੀਆਂ ਕੀਤੀਆਂ, ਅਕਾਲ ਤਖਤ ਸਾਹਿਬ ਦੇ ਨਮਸਕਾਰ ਕੀਤੀ ਤੇ ਗੁਰਸਿੱਖਾਂ ਨੂੰ ਮੇਲ ਮਿਲਾਪ ਕੀਤਾ। ਇਹ ਸਾਰਾ ਕੁਝ ਆਪ ਜੀ ਕੱਲ੍ਹ ਸੁਣ ਚੁੱਕੇ ਤੇ ਹੁਣ ਅਗਲੇ ਰਿਆ ਵਿੱਚ ਜਿਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਵਿਸ਼ੇਸ਼ ਕਰਕੇ ਕੁਝ ਗੁਰਮੁਖ ਰੂਹਾਂ ਜਿਨ੍ਹਾਂ ਦਾ ਨਾਮ ਪਿਛਲੇ ਪੰਨਿਆਂ 'ਤੇ ਆ ਚੁੱਕਾ ਹੈ ਔਰ ਕੁਝ ਵਿਚਾਰਾਂ ਭੁਲੇਖਾ ਪਾਓ ਵੀ ਜਿਨ੍ਹਾਂ ਦੇ ਬਾਰੇ ਹੈ, ਉਹ ਕੁਝ ਥੋੜ੍ਹੀ ਜਿਹੀ ਵਿਚਾਰ ਵਿਸ਼ੇਸ਼ ਕਰਕੇ ਵੀ ਕਰਨੀ ਪਏਗੀ। ਇਸ ਤੋਂ ਪਹਿਲਾਂ ਜਿਵੇਂ ਹੁਣੇ ਹੀ ਹੈਡ ਗ੍ਰੰਥੀ ਸਾਹਿਬ ਆਪ ਜੀ ਨੂੰ ਦੱਸ ਰਹੇ ਸੀ ਵੀ ਪਤਾ ਦੀ ਆਰੰਭਤਾ ਤੋਂ ਪਹਿਲਾਂ ਜੋ ਵਚਨ ਉਹਨਾਂ ਨੇ ਬੋਲੇ, ਇਹ ਜਿਹੜਾ ਫਤਿਹ ਵਿੱਚ ਬੋਲਦਾ ਨਹੀਂ ਹੈ ਜਾਂ ਫਤਿਹ ਵਿੱਚ ਢਿੱਲ ਕਰਦਾ ਹੈ, ਕਿਉਂ ਫਤਿਹ ਵਿੱਚ ਬੋਲਦਾ ਉਹਨੂੰ ਕੀ ਮਿਲਦਾ ਹੈ, ਨਹੀਂ ਬੋਲਦਾ ਕੀ। ਤੇ ਇਹਦੇ ਬਾਰੇ ਮੈਂ ਬਸ 2 ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਕੇ ਅੱਗੇ ਚੱਲਦਾ। ਅੱਗੇ ਵੀ ਆਪ ਜੀ ਨੇ ਸੁਣਿਆ ਹੋਏਗਾ, ਕਿਉਂਕਿ ਜਿੱਥੇ ਕੋਈ ਫਤਿਹ ਵਿੱਚ ਢਿੱਲ ਵਰਦਾ ਉੱਥੇ ਮੈਂ ਜ਼ਰੂਰ ਸੁਣਾਉਣਾ ਹੁੰਦਾ। ਪਰ ਹੁਣ ਇੱਥੇ ਫਤਿਹ ਵਿੱਚ ਬਹੁਤੀ ਢਿੱਲ ਨਹੀਂ ਹੈ, ਇੱਥੇ ਬਹੁਤੀ ਲੋੜ ਨਹੀਂ ਪਈ। ਜੇ ਥੋੜ੍ਹੀ ਬਹੁਤ ਢਿੱਲ ਸੀ ਉਹ ਨਿਕਲ ਗਿਆ, ਉਹ ਨਾ ਕਹਿਣ ਦੇ ਨਾਲ। ਕਲਗੀਧਰ ਪਾਤਸ਼ਾਹ ਜੀ ਬੈਠੇ ਸੀ, ਭਾਈ ਮਨੀ ਸਿੰਘ ਜੀ ਕੋਲ ਬੈਠੇ। ਭਾਈ ਮਨੀ ਸਿੰਘ ਜੀ ਨੇ ਪੁੱਛਿਆ ਗਰੀਬ ਨਵਾਜ, ਵੱਡੇ ਗੁਰੂਆਂ ਦੇ ਵੇਲੇ ਸਿੱਖ ਨੂੰ ਮਿਲਦਾ ਸੀ, ਕਹਿੰਦਾ ਗੁਰਸਿੱਖਾ ਪੈਰੀ ਪੈਣਾ, ਪੈਰੀ ਪਵਣਾ ਜਗ ਵਰਤਣਾ, ਜਾਂ ਕਹਿੰਦਾ ਸੀ ਨਮਸਕਾਰ, ਸਿੱਖ ਨੂੰ ਮਿਲਦਾ ਸੀ, ਜਾਂ ਫਿਰ ਕਹਿੰਦਾ ਸੀ ਸਤਿ ਸ੍ਰੀ ਅਕਾਲ। ਕਿ ਸਭ ਤੋਂ ਪ੍ਰਥਮ ਬੋਲਾ ਸਿੱਖਾਂ ਦਾ ਸਤਿ ਸ੍ਰੀ ਅਕਾਲ ਦਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਤੇ ਇਹ ਵੀ ਇਹਦਾ ਸਹੀ ਰੂਪ ਸੀ ਸਤਿ ਸ੍ਰੀ ਅਕਾਲ ਗੁਰਬਰ ਆਕਾਰ। ਇਹ ਜਨਮ ਸਾਖੀਆਂ 'ਚ ਪਹਿਲਾਂ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਵੀ ਲਿਖਿਆ ਤੇ ਇੱਕ ਸਿੱਖ ਕਹਿੰਦਾ ਸੀ ਸਤਿ ਸ੍ਰੀ ਅਕਾਲ, ਦੂਜਾ ਕਹਿੰਦਾ ਸੀ ਗੁਰਬਰ ਆਕਾਰ। ਉਹ ਤਾਂ ਹੁਣ ਪਤਾ ਨਹੀਂ ਕਿੰਨਾ ਕੁ ਸਦੀਆਂ ਪਿੱਛੇ ਛੱਡਤੀ ਆਪਾਂ ਨੇ ਗੱਲ। ਗੁਰਬਰ ਅਕਾਲ ਤਾਂ ਗਈ ਬਹੁਤ ਦੇਰ ਤੋਂ ਤੇ ਹੁਣ ਤਾਂ ਡਰ ਹੀ ਪਿਆ ਵਾ ਕਿਤੇ ਸਤਿ ਸ੍ਰੀ ਅਕਾਲ ਵੀ ਕੋਈ ਨਾ ਜਾਵੇ। ਹੁਣ ਸਿੱਖ ਨੂੰ ਸਿੱਖ ਮਿਲਦਾ ਹੈ, ਬੀਬੀਆਂ ਮਿਲਦੀਆਂ ਨੇ, ਭੈਣੇ ਸਤਿ ਸ੍ਰੀ ਅਕਾਲ, ਵੀਰ ਮਿਲਣਗੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹੁੰਦੀ ਕੀ ਹੈ? ਕਦੇ ਵਿਚਾਰ ਕੇ ਤਾਂ ਦੇਖੋ। ਕਮ ਸੇ ਕਮ ਜਿਹੜੇ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਦੇ ਵਿੱਚੋਂ ਮਰਿਆਦਾ ਸਹਿਤ ਜਿਹੜੇ ਸ਼ਬਦ ਨਿਕਲੇ ਨਾ,
ਉਹਨਾਂ ਤੇ ਤਾਂ ਆਪਣੇ ਆਪ ਤੇ ਤਰਸ ਕਰੋ, ਲੇਖੇਦਾਰ ਨਾ ਬਣੋ। ਇਹਦੇ ਨਾਲੋਂ ਤਾਂ ਭਾਈ ਸ਼ਬਦ ਬੋਲੋ ਨਾ, ਜੇ ਬੋਲੋ ਤਾਂ ਸ਼ੁੱਧ ਕਰਕੇ ਬੋਲੋ। ਸਤਿ ਸ੍ਰੀ ਅਕਾਲ ਹੈ, ਸਤਿ ਸ੍ਰੀ ਅਕਾਲ ਕਦੇ ਵੀ ਨਹੀਂ ਹੁੰਦੀ ਹੈ। ਸਤਿ ਸ੍ਰੀ ਅਕਾਲ ਦਾ ਅਰਥ ਨਹੀਂ ਬਣਦਾ ਕੋਈ। ਸ੍ਰੀ ਨਾਮ ਸਰੋਵਣ ਦਾ, ਸਤਨਾਮ ਨਾਸ ਤੋਂ ਰਹਿੰਦਾ, ਅਕਾਲ ਕਾਲ ਤੋਂ ਰਹਿੰਦਾ। ਇੱਕ ਦੂਜੇ ਨੂੰ ਨਾਮ ਚੇਤੇ ਕਰਾਉਣ ਵਾਸਤੇ ਕਿਹਾ ਜਾਂਦਾ ਹੈ ਕਿ ਬਈ ਉਹਨੂੰ ਯਾਦ ਕਰ ਜਿਹੜਾ ਸਦਾ ਹੀ ਸਤ, ਸਰੀਰ ਦਾ ਸਦਾ ਨਹੀਂ ਸਤ ਰਹੇ। ਤੇ ਜਾਂ ਫਿਰ ਇਹ ਕਿਹਾ ਹੋਇਆ ਜਿਹੜਾ ਗੁਰ ਚੇਤਨ ਹੈ, ਬੜ ਸ੍ਰੇਸ਼ਟ ਹੈ, ਉਹ ਅਕਾਲ ਪੁਰਖ ਸ੍ਰੇਸ਼ਟ ਵੀ ਹੈ, ਪਰ ਚੇਤਨ ਸਰੂਪ ਵੀ। ਜਾਂ ਗੁਰੂ ਉਹਦਾ ਹੀ ਰੂਪ ਹੈ, ਗੁਰਵਰ ਅਕਾਲ, ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਗੁਰੂ। ਸਤਿ ਸ੍ਰੀ ਅਕਾਲ ਦੇ ਵਿੱਚ ਇਹ ਭਾਵ ਰੱਖਿਆ, ਪਰ ਅਸੀਂ ਉਹਨੂੰ ਛੱਡਤਾ। ਤੇ ਹੁਣ ਥੋੜੇ ਸਮੇਂ ਤੋਂ ਇਹ ਦੇਖੋ, ਕਈ ਵਾਰ ਮੈਨੂੰ ਸਿਆਣੇ ਬੰਦੇ ਕਹਿੰਦੇ ਹੈ ਇਹ ਕਥਾ ਦੇ ਵਿੱਚ ਸ਼ਬਦ ਜਿਹੜੇ ਨਾ ਉਹ ਸੁਧਾਰ ਕੇ ਬੋਲਣੇ ਚਾਹੀਦੇ ਹੈ। ਪਰ ਪਿੰਡਾਂ 'ਚ ਰਹੇ, ਪਿੰਡਾਂ 'ਚ ਜੰਮੇ ਪਲੇ ਵੱਡੇ ਹੋਏ, ਪੇਂਡੂ ਬੋਲੀ ਸਿੱਖੀ, ਪੋਚ ਕੇ ਸ਼ਬਦ ਕਿਹੜੇ ਆਉਂਦੇ ਹੀ ਨਹੀਂ ਹੈ ਅਸਲ ਤਾਂ ਗੱਲ। ਤੇ ਉਸੇ ਜਟਕਾ ਬੋਲੀ ਦੇ ਵਿੱਚ ਹੀ ਕਥਾ ਕਰਨੀ ਪੈਂਦੀ ਹੈ। ਸਾਡੇ ਵੱਡੇ ਵੀ ਉਹਦੇ 'ਚ ਕਰਦੇ, ਪਰ ਉਹ ਸਮਾਂ ਹੋਰ ਸੀ, ਇਹ ਗੱਲ ਮੰਨਣ ਜੋ। ਤੇ ਹੁਣ ਥੋੜੇ ਸਮੇਂ ਤੋਂ ਗੁਰਸਿੱਖਾਂ ਨੇ ਨਵਾਂ ਚੰਦ ਹੋਰ ਛੱਡ ਦਿੱਤਾ। ਉਹ ਕੀ ਹੈ, ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਮੈਂ ਕਹਿੰਦਾ ਉਹਨਾਂ ਕੀ ਗੱਲ ਹੈ ਭਾਈ ਸਾਹਿਬ ਜੀ, ਕੀ ਕਿਹਾ ਤੁਸੀਂ? ਆ ਫੇਰ ਬੋਲੀ ਦਾ ਜਰਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵੀ ਤੁਹਾਡੇ ਮਗਰ ਪਿਆ ਕੋਈ? ਇਹ ਨਹੀਂ ਫਤਿਹ ਬੁਲਾਉਣੀ, ਨਾ ਬੁਲਾਓ, ਕਮ ਸੇ ਕਮ ਫਤਿਹ ਤੇ ਤੁਸੀਂ ਗੁਰੂ ਸਾਹਿਬ ਤੋਂ ਡਰੋ। ਵੀ ਇਹ ਐਡਾ ਕੀ ਐਡੀ ਕਾਹਲੀ ਗੱਲਾਂ ਕਰਨ ਦੀ, ਇੰਨੀ ਕਾਹਲੀ ਆ ਵੀ ਫਤਿਹ ਦੀ ਵਿਚਾਲੇ ਕੱਟ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਪੂਰਾ ਸ਼ਬਦ ਬੋਲੋ। ਇਹ ਭਾਈ ਮਨੀ ਸਿੰਘ ਜੀ ਨੇ ਪੁੱਛਿਆ ਗਰੀਬ ਨਵਾਜ਼ ਵੀ ਪਹਿਲਾਂ ਪ੍ਰਥਾ ਇਹ ਸੀ, ਸਤਿ ਸ੍ਰੀ ਅਕਾਲ ਸੀ, ਨਮਸਕਾਰ ਸੀ, ਪੈਰੀ ਪਵਣਾ ਸੀ। ਵੀ ਹੁਣ ਆਪ ਜੀ ਨੇ ਫਤਿਹ ਦਾ ਬੋਲਾ ਦਿੱਤਾ ਹੈ ਖਾਲਸੇ ਨੂੰ, ਜਦ ਤੋਂ ਸਿਰਜਣਾ ਹੋਈ ਖਾਲਸੇ ਦੀ। ਵੀ ਮੈਂ ਪੁੱਛਣਾ ਚਾਹੁੰਦਾ ਵੀ ਇਹਦੇ ਮਹਾਤਮ ਦਾ ਕੋਈ ਫਰਕ ਹੈ ਉਹਦੇ ਨਾਲੋਂ? ਮਾਰ ਕੇ ਤੇ ਬਹੁਤ ਫਰਕ ਹੈ। ਇਹ ਗਰੀਬ ਨਵਾਜ਼ ਫਿਰ ਮੈਨੂੰ ਫਤਿਹ ਦਾ ਮਹਾਤਮ ਦੱਸ ਦਿਓ ਕੀ ਹੈ। ਇਹ ਜਿਹੜੀ ਵਾਰਤਾ ਹੋਈ ਲਿਖਤ 'ਚ ਆਈ ਵੀ ਹੈ, ਕੋਈ ਇਹ ਵੀ ਉਵੇਂ ਕਲਪਨਾ ਕਰਕੇ ਕਹਿ ਸੁਣ ਲਈ, ਲਿਖਤ 'ਚ ਆ ਗਈ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਨੋਟ ਕਰ ਲੈ ਮਨੀ ਸਿੰਘਾ, ਇਹ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਫਤਿਹ ਜੀ ਨਹੀਂ ਬੋਲਿਆ ਕਰਨਗੇ, ਉਹਨਾਂ ਦੀ ਢਿੱਲ ਕੱਢਣ ਵਾਸਤੇ ਇਹ ਗੱਲ ਬੜੀ ਚੰਗੀ ਹੋ। ਮਹਾਰਾਜ ਦੱਸੋ, ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਪ੍ਰਿੰਦ ਆਪ ਮੁਖਾਰ ਵਿਦ ਨਾਥ ਜੂ ਸੁਣਾਇਓ ਹੈ। ਗਾਜ ਕੇ ਅਗਾਰੀ ਸੇ ਮਰਗਿੰਦ ਜੋ ਬੁਲਾਇਓ ਜੋਈ। ਜਿਹੜਾ ਕਹਿੰਦੇ ਆਗੇ ਆਪ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ। ਗਾਜ ਕੇ ਦਾ ਅਰਥ ਹੈ ਗੱਜ ਕੇ, ਉੱਚੀ ਗਰਜਵੀਂ ਆਵਾਜ਼ ਨਾਲ। ਅਗਾਰੀ ਸੇ ਆਉਂਦੇ ਹੋਏ ਸਿੱਖ ਨੂੰ ਪਹਿਲ ਕਰ ਦੇਵੇ ਫਤਿਹ ਬੁਲਾਉਣ ਵਿੱਚ। ਗਾਜ ਕੇ ਅਗਾਰੀ ਸੇ ਮਰਗਿੰਦ ਜੋ ਬੁਲਾ। ਇਹਦੇ ਸੰਪਰਦਾਇ ਦੋ ਅਰਥ ਨੇ ਮਰਗਿੰਦ ਦੇ। ਇੱਕ ਤਾਂ ਵੀ ਜਿਹੜਾ ਸਿੰਘ ਆ ਰਿਹਾ ਹੈ ਉਸ ਨੂੰ ਮਰਗਿੰਦ ਨਾਲ ਸ਼ੇਰ ਦਾ, ਸ਼ੇਰ ਨੂੰ ਸਿੰਘ ਕਹਿੰਦੇ, ਸਿੰਘ ਆ ਰਿਹਾ ਜਿਹੜਾ ਉਹਨੂੰ। ਦੂਸਰਾ ਸ਼ੇਰ ਦੀ ਤਰ੍ਹਾਂ ਗਰਜਵੀਂ ਆਵਾਜ਼ ਵਿੱਚ, ਦੋ ਹੀ ਅਰਥ ਵਧੀਆ ਨੇ। ਗਾਜ ਕੇ ਅਗਾਰੀ ਸੇ ਮਰਗਿੰਦ ਜੋ ਬੁਲਾਇਓ ਜੋਈ। ਸ਼ੇਰ ਦੀ ਤਰ੍ਹਾਂ ਜਾਂ ਸਿੰਘ ਜੀ ਨੂੰ, ਦੋਨੇ ਅਰਥ ਬਣੇ। ਗਾਜ ਕੇ ਅਗਾਰੀ ਸੇ ਮਰਗਿੰਦ ਜੋ ਬੁਲਾਇਓ ਜੋਈ। ਰਾਖ ਨੂੰ ਸਦਾਇ ਸੋਏ ਪਿਆਰੋ ਹੋਏ ਪਾਇਓ। ਕਹਿੰਦੇ ਉਹਨੂੰ ਮੈਂ ਮਨੀ ਸਿੰਘਾ, ਸਦੀਆਂ ਬੀਤ ਜਾਣਗੀਆਂ, ਜਦੋਂ ਆਪਣੇ ਸਰੀਰ ਇਸ ਤਰ੍ਹਾਂ ਨਹੀਂ ਦਿਸਣਗੇ, ਜਦੋਂ ਗੁਰੂ ਦਾ ਸਰਗੁਣ ਸਰੂਪ ਨਹੀਂ ਦਿਸੂਗਾ, ਖਾਲਸੇ ਸਰਗੁਣ ਸਰੂਪ ਹੋਊਗਾ। ਕਹਿੰਦੇ ਉਸ ਵੇਲੇ ਜਿਹੜੇ ਸਿੱਖ ਨੇ ਮੇਰੇ ਨਾਲ ਸਨੇਹ ਹੈ, ਮੇਰੇ ਦਰਸ਼ਨਾਂ ਦਾ ਫਲ ਪ੍ਰਾਪਤ ਕਰਨਾ ਹੈ, ਤਾਂ ਸਿੱਖ ਦੇ ਚਿਹਰੇ ਨੂੰ ਮੇਰਾ ਰੂਪ ਦੇਖ ਕੇ ਫਤਿਹ ਵਿੱਚ ਪਹਿਲ ਕਰ ਦਿੰਦੇ। ਇਹ ਸਮਝ ਲਓ ਵੀ ਮੇਰੇ ਦਰਸ਼ਨਾਂ ਦਾ ਭਾਗ ਮੈਂ ਉਹਨੂੰ ਦੇ ਦਿੱਤਾ। ਇਹ ਮੈਂ ਵਾਅਦਾ ਕਰਦਾ
कि मैं इस तरह फल दूंगा जिवें हुण मैं सिखां नूं फल दे दिया। गाज के अगारी से मृगिंद जो बुलाए, जो इराकों सदाया सो प्यारो को ही पायो। दूसरे नंबर पर भाई साहब बोले कि गरीब नवाज देखो एक नहीं पहल करनी है, दोनों की पहल तो हो नहीं सकती। फिर तुसी एडी बड़ी बख्शिश कर दी भी जिहड़ा फतेह विच पहल जिन्हें की है ते जिहड़ा बाद विच बोलिया फतेह विच उहनूं कुछ नहीं दोगे। मारे कहते नहीं मनी सिंघा वो भी बहुत प्यारा है। मान तो प्रमोद हुए बराबर रसीले बोल, मर्यादा बनी है फतेह ने। महाराज कहते जिहड़ा प्रसन्न हो जाए, कन्ना च आवाज़ सुनी, फतेह के 2 अखर सुने, खिड़ गया ये आवाज़ कितों आई है। कहते उन्होंने ऐं लगे भी कलगीधर पातशाह के मूँह चों आई आवाज़। ये गुरु गोबिंद सिंह साहब की आवाज़ है। हर सामने चेहरा कीरा है गुरु गोबिंद सिंह जी। मान तो प्रमोद होए बराबर रसीले बोल, दहने बिठारो सो कोई दीवान भी आयो। और मैं अपने सज्जे पासे का महात्मा देऊँगा। सज्जे पासे बिठाउण की गल छोटी जी नहीं है, बहुत बड़ी बात है। कुरान दे विच सज्जे खब्बे की बड़ी व्याख्या होती है। गुरु ग्रंथ साहिब के सूत्र रूप दे विच ताज बावें दहने उत्थे की गल की है। वो व्याख्या यदि फिर बध जाऊगी, आप कथा का इधर रस लेंगे। कुछ होर भी घुंडी आई आ, वो भी अज कहनी पऊगी कथा। इस करके मान तो प्रमोद हुई बराबर है रसीले बोल, दहने बिठारो सो दीवान भी आयो है। हुण दसदे ने सतगुरु महाराज ये तो हो गए 2 धिरां, एक ने फतेह बुलाई, दूजे ने बराबरे। ये भी एक सा ते बैठा है, दूजा पंचम ते है। एक पंचम सुर ते एक सा ते है। कहते बराबर जिहड़े सुर विच, जिहड़े ताल विच, जिहड़ी आवाज़ विच ਉਹਨੇ फतेह शुरू की, ਉਹਦੇ ਵਿੱਚ ਸੁਰ ਚ ਸੁਰ ਮਿਲਾਉਣੀ ਹੈ। ਹੁਣੇ ਰਾਗੀ ਹੈ, ਹੈਡ ਰਾਗੀ ਹੈ, ਉਹਦੇ ਨਾਲ ਸਹਾਇਕ ਰਾਗੀ ਹੁੰਦਾ ਹੈ। ਤੇ ਰਾਗੀ ਸਾਹਿਬ ਜੀ ਹੋਰ ਪਾਸੇ ਨੂੰ ਜਾਣ ਤੇ ਹੋਰ ਪਾਸੇ ਨੂੰ ਜਾਵੇ। ਆਵਾਜ਼ ਸੁਰ ਦਾ ਜਿਹੜੀ ਬਾਜੇ ਦੀ ਸੁਰ ਹੈ ਉਹਦੇ ਵਿੱਚ ਰਾਗੀ ਦੀ ਆਵਾਜ਼, ਸਹਾਇਕ ਦੀ ਵੀ ਉਹਦੇ ਵਿੱਚ। ਇਸੇ ਮਾਨ ਤੋਂ ਪ੍ਰਮੋਦ ਬਰਾਬਰ ਰਸੀਲੇ ਬੋਲ। ਹੁਣ ਮਹਾਰਾਜ ਕਹਿੰਦੇ ਨੇ, ਕਹਿੰਦੇ ਭਾਈ ਮਨੀ ਸਿੰਘਾ ਤੇ एक वो सिख है जिहड़ा बराबर नहीं बोलिया, रसीले बोल नहीं बोलिया, फतेह च बोलिया तो असी, पर बोलिया ऐ जिवें बीमार बोलते होंगे। ये लिखा हुआ भी बीमारां दी तरह। कहते नैक सी बीमार जो बोलिया तो असी, सिख तंदुरुस्त बीमार हो गया फतेह बुलाउण विच। देखो लोहड़ी की गल है तू तंदुरुस्त, आप बूहे दे अगे तू गड़ांजदा सी, बोलदा सी, फतेह विच तू बोलदा जिवें बीमार हो गया मैं। नैक सी थोड़ी मात्रा, नैक सी बीमार जो कबूल तो सो बावें आऊं। कहते मैं उन्होंने खब्बे पासे का अधिकार दिता। खब्बे पासे का महात्म जिहड़ा है वो सास जी, ये भी अपनी महत्ता है। अजकल तो मर्यादा दी धज्जियां उड़ रही हैं। हुण इत्थे देखो मर्यादा है। गुरु ग्रंथ साहिब साडे सज्जे पासे, असीं गुरु ग्रंथ साहिब खब्बे पासे बैठे। पिंडराड़ी टकसाल का, संप्रदावां का, निहंग सिंघां का, संप्रदाई कोई विद्वान मजबूर बैठना पै जाए, उसकी मजबूरी हो सकती है कि प्रबंधकों की यही पहल हो गई। नहीं तो फिर साध संगत जी सज्जे पासे उन्होंने बिठाईदा है जिहदा अपने आप तो सत्कार वध करना। हुण भाई दर्शन सिंह कथा का पाठ बोलदा, ਇਹਦਾ मैं अपने तो वध सत्कार इस करने, मूल का पाठ ये कर रहा। मैं ये खब्बे पासे बैठे। बीबियां दे आनंद कारज, भाइयों के आनंद कारज होंदे आ, बीबी खब्बे पासे तो उठाई जाती है। गुरमति मर्यादा है, भाई सज्जे पासे बैठा है। परिक्रमा होंदी है, वो मूहरे है, वो पिछे है। ते बीबी नूं कहता पल्ले टेंडे ला गई, ते सिंह नूं नहीं कहता मैं तेरे पल्ले लग्या। कोई मर्यादा भी कोई चीज़ होंदी है, बराबर दे हक के कोई सीमत होंदी है। हुण अजकल ये गल्लां चलदियां कि बीबियां भी अमर दे विच लगणियां चाहीदियां। ये कलगीधर पातशाह की मर्यादा तो नहीं, बंदियां की बनाई हुई मर्यादा हो सकती है गल। पर महाराज साहब जी ने 5 प्यारे साजे, 5 प्यारियां नहीं साजियां। कोई नफरत नहीं बीबियां दे नाल। या पिछे जो हरमंदर साहब की त्रिपहरे की सेवा दे विच ओहदे लग्या रौला पैण, ते उस वेले बीबियां ने भी सही भी साडी बीबी प्रधान है, हुण कम सूत आ सकदा है। बीबी भी सहमत हो गई इस गल ते।
पर हुण बात ये नहीं सी, ना तो बीबियां दे नाल नफरत की गल है इत्थे, ना कोई इन्हां दे अपमान की गल है, भी गुरु साहब के बेड़े तो चली हुई मर्यादा च दखलअंदाजी है। क्या बीबी वीरे नालों अज दीयां बीबियां सियाणियां हो गईयां? माता गंगा नालों सियाणी है इन्हां दे विच कोई? जे उन्हां नूं नहीं इस सेवा विच लाया गया, क्या माता साहब कौर दे नालों खालसे की माता नालों सियाणी है अज दी बीबी जिहड़ी पंजां प्यारिਆਂ च लगना चाहुंदी है? ये माता साहब कौर ना कदे लग गई पंजां प्यारिਆਂ च, याद आवे माता साहब कौर तो भी उपर दी होके दिखाउण चाहुंदे आ। ये सास जी देखो, इहदा साडा तां चौकीदार है, होका देना ते ਉਹਦੇ ਚ कोई जागदा रहे कोई लुटिया जाए, चौकीदार नूं की लैण देना, ਉਹਨੇ ਤਾਂ होका देना सी, दे दित्ता। ते अमृत सतगुरु महाराज साहब ने ये कह के भी भाई ये मेरा जेठा पुत हो गया, ये मेरा वो पुत्र है जिहड़ा टिक्का जी है, जिवें पिछे सुनाया, ये मेरा कौर जी है, छोटा पुत है बीबियां, जिहड़ा कौर जी है वो गद्दी दा वारस नहीं हो सकता। पंज प्यारिਆਂ ਦੇ ਕੋਲ गुरु गोबिंद सिंह साहब वाला अधिकार अमर दा आ गया। ਤੇ ਬੀਬੀਆਂ ਕੋਲੇ ਉੱਥੇ ਪੁੱਛਿਆ, ਇਹਨਾਂ ਨੇ ਸੋਚਿਆ ਜਿਹੜੇ ਰਾਜਨੀਤਿਕ ਬੰਦੇ ਸੀ ਵੀ ਇਹਨਾਂ ਦੇ ਨਾਲ ਸਾਧਾਂ ਨਾਲ ਲੜਾਈ ਹੈ ਬੀਬੀਆਂ ਨੂੰ, ਮਸਾ ਕੰਮ ਸੂਤ ਹੈ। ਇਹਨਾਂ ਨੇ ਜੀ ਬੀਬੀਆਂ ਨੂੰ ਸਿਆਦ ਕਰਿਆ, ਦੇਖੋ ਜੀ ਇਹ ਸਾਧ ਤੁਹਾਡਾ ਅਪਮਾਨ ਕਰਦੇ ਆ। ਤੇ ਮੈਂ ਪੁੱਛਿਆ ਗਿਆ, ਮੈਨੂੰ ਵੀ ਪੁੱਛਿਆ, ਕਹਿੰਦੇ ਜੀ ਐਂ ਦੱਸੋ ਵੀ ਇਹਦੇ ਫਰਕ ਕੀ ਹੈ? मैं कहा फर्क तो कोई नहीं है, एक गल का जवाब दे मैनू भाई साहब पीढ़ी वाले मैं पूछा, मैं दसो, मैं क्या भी पतासे कितों बनते हैं? वो फड़क दे के कहना चीनी तो बनते हैं, खंड तो बनते हैं। मैं क्या इसे गल से पक्का नहीं हूँ भी पतासे उपर तो अंबर तो नहीं डिगे, चीनी तो बने ने, गल सही है जी तैं कही है। मैं क्या पिछे जे पतासिया ते चीनी का झगड़ा हो गया, चीनी कहती है जी अमृत दे विच तुसीं पै सकदे हो, मैं क्यों नहीं पै सकदी, जम्मे तो मेरे विचों ही आ तुसीं। मैं कहा पतासे कहते पै नहीं सकदे भी असीं पए सी, चीनी पाई नहीं सी महाराज ने, जे चीनी पाई होंदी साडी लोड़ ही नहीं सी पैनी। जे अमृत संचार वेले पतासे पाए गए, चीनी नहीं पाई गई, जे कि मैं मिठा ही पाउणा फिर चीनी पा लो, फिर कल नूं तुसीं अज कहोगे बीबियां पंजां पैरे लाणी, कल नूं कहो पतासियां दे बदले चीनी पाउणी है, मर्यादा की रही है गुरु प्यारे। देखो किसी हद च रहो, गुरु के भै विच रहो तो गुरु की भावनी विच रहो। तो नैक सी बीमार जू कबूल 252वें अंग, अज तक कथा फतेह की होगी ग्रंथी नहीं जिवें लगदी है, ते चंगा काम छेड़िया तू दो अखर कह के। नैक सी बीमार जू कबूल 252वें अंग, बोलिया बीमार की तरह जिवें किते मलेरिया चढ़ के हटिया होंदा है, उदों बंदे दा साह सत्तू खत्म होए भी होंदा है। एक ने फतेह बुलाई गज के हौली दे के बोलिया, जमी मूँह तो बस बुल जी हिले, ते जिन्होंने पैरी हथ का चस्का पै गया वो सुख नाल बोलते ही नहीं फतेह, चाहे जे पखंडी भी मैं देखे। मैं एक दे वो 1000 बंदा खड़ा वो पैरी हथ लाने वाला, ते मैं कहा भी ये बड़ा महात्म दे दिए इनू, मैं उच्चे दे के फतेह बुलाती, वाहिगुरू जी का खालसा वाहिगुरू जी की फतेह। कई साल की गल, उदों मौसम पंजाब का सी खराब, लो जी इन्ने अपराध च मेरी तो इनकुआरी चल पी, कहते तो पता करो आया कितों आए, मैनू जानता नहीं सी वो। फतेह च नहीं बोलिया, मैं क्या गजब हो गया, मिट्टी खाने सप की तरह, मिट्टी खाने न्याणे की तरह पैरी हथ लाने का इन्ना चस्का पै गया इन्होंने लोगों भी फतेह रुल गई। की गुनाह किया? नीली पग सी मेरे, फतेह बुलाती, बस इन्नी गुनाह सी, इन्ने च इनकारी हो गई भी देखो कौन है, ये लगता कोई भिंडर वालियां दा है भी किते मारन तो नहीं आया भी ना इस तरह के पुठे काम करो तुसीं। वो इन्नी गल मुड़ के मैं वो सास जी परन कर लिया भी अखीरले वक्त तक तो हो सकती है भी चलो मरना तो सब ते आउंदा है, भी मैं कहा जो बंदे फतेह नहीं बुलानी चाहिए, मैं फतेह की कदर नहीं है। नैक सी बीमार जो कबूल 252वें अंग, उन्होंने खब्बे पासे का अधिकार फिर भी कुछ ना कुछ दिता ही कलगीधर पातशाह ने, चलो हौली बोलिया मिलिया तो सी, हुण बारी आ गई जिहड़े बिल्कुल ही नहीं बोलते उन्होंने। महाराज सच्चे पातशाह कहते मनी सिंघा भी हुण दस, एक तो हो गया हौली बोलने वाला, एक हो गया बराबर बोलने वाला, भी हुण सुन लै जिहड़ा फतेह च ना बोले भी उन्होंने की दूंगा, कहते बारे उन्होंने भी दूंगे, कहते उन्होंने 5 चीज़ां दूंगा। महाराज फिर तो सारिਆਂ तो मूहरे रहा,
कहते मूहरे पिछे का तू देख ली विद्वान है, लिख लै इत्थे 5 चीज़ां कि बात की मेरी दृष्टि च पापी है, मैं उन्होंने पापियां की गिणती दे विच गिणदा जिहड़ा फतेह का दरादर कर देवे, फतेह च बोले ना मेरी दृष्टि च पापी है। पात की पछाह हो मेरी पिठ होगी उहदे वल्लों मैं कदे चेहरा नहीं करूँगा इहो जी मनमती वल्लों जिहड़ा सिख हो के सिख दी फतेह दी नरादर कर दिता। पात की पछाह मूड़ मैं उन्होंने मूर्खां की कतार विच गिणदा। महाराज जी मूए वो सिक्खी च मरिया होया सिख है, ककार तो पाए और पर सिख नहीं है, मरिया होया सिख। पात की पिछाया मूड मूए सो लुटायो है, वो शुभ गुण लुटे गए सारे। ते ग्रंथी सिंह जी बस नाल 4 गल्लां है कह दिया करो तां तुहाडी जानकारी विच वाधा करने भी क्या भी इस तरह की फतेह का ताकि पै पवे ते सारे बोलन भी और साबित होते बोलन मर्यादा सहित बोलन। सो आओ हुण ते समा तां फतेह विच बहुत लंघ गया, फिर हुण आपां कथे का अध्याता नहीं पूरा होगा, जिन्ना भी होगा उन्ना सी। एक बड़ी घुंडी वाली गल आई ते पहला आप जी प्रसंग सुनिया होएगा। सुनाउण वाले ग्रंथी सिंह साहबान ने या ज्ञानी सिंह साहबान कौन सी ते उन्होंने किवें सुनाया ये बारे मैनू नहीं पता है, लेकिन जो दास ने पढ़िया जो मेरी जानकारी विच आया और जो तत्थां दे आधार ते इस विचार नूं रिड़क के उहदा मक्खण का पेड़ा निकलिया वो मैं आप जी तो लुकाउणा नहीं चाहुंदा। वो अज की विचार की घुंडी स्पष्ट होनी है, वो सुनना करो जी। वाहिगुरू जी दोहरा गुरु अतंत होए जब है कौला दर्शन प्यास। गुरु साहब जी जदों अमृतसर साहब विराजमान हो गए, पीछे आप जी सुन चुके हो, गुरु हरगोबिंद अबर सदन में बैठ विराजी तह गन जन कर कर में उत्सव वो करियो सतगुर आए मुद मन भरियो। सब की प्रसन्नता हो गई है। गुरसिख जिन्हों के विछड़े हुए अधिकार के अनुसार बाबा बुढ़ा साहब जी बड़े सी, उन्होंने गुरु जी आप जाके मिले। जिहड़े सिख सी वो आके आप गुरु जी नूं मिलदे। उन्होंने सिखा की कतार में आई है कौला, माता कौला आके मिलती है। गुर एकांत हुए जवे जदों गुरु साहब जी एकांत में देखे कौला दर्शन प्यास, दर्शन की प्यासी सतगुरां दे कोल आई दर्शन करन। आईयत मुदत हृदय परसीतास आवास ते आई है आ करके प्रसन्नता दे सहत हिरदा है। प्रवेशी उस दर दे च प्रवेश हो के जिथे सतगुरु नूं तास आवास, आवास नाम करता है, तास तिस उस घर दे विच आके प्रवेश होई। बस इत्थे आपां एक गल जिहड़ी जरूरी है करनी है, कौला कौन सी, की संबंध किवें जुड़िया गुरु साहब दे नाल। जिहड़े तरीके दे नाल गुर प्रताप सूरज ग्रंथ विच अखर लिखे हुए पढ़ने नूं मिलदे हैं ते उन्हां अखरां दे अनुसार असीं गुरु नूं आप ही दोषी बना लैंदे। खिमा करनी मैनू पक्का विश्वास है भी जिथे होर लड़गड़ होया है गुरु साहब दे शरीर दे उत्ते, गुरु साहब दे जीवन दे उत्ते शंके खड़े करन वाले ने एक अपनी हिंदू मत दे अंदर अवतारां दे उत्ते जिहड़े जीवन दे उत्ते छिट्टे लगे हुए है ते उसे तरह का छिट्टा गुरु साहब दे मारन की कोशिश की गई है, जिहड़ा कौलां दा प्रसंग है। खास करके अवतारी पुरखां दे जीवन में, विशेष करके भगवान कृष्ण जी के जीवन में बहुत कुछ ऐसा है जिहड़ा संगत विच कहण सुनने वाला नहीं। ये तो कलगीधर पातशाह का हौसला है। संत ज्ञानी मोहन सिंह जी विद्या मार्तन महान तपस्वी जिन्हां दे नाल दा सिख जग दे दीवा लैके ढूंढिया विद्वान ते तपीसर साधु नहीं मिलता, जिन्हां दा सत्कार साडे बड़े आप करते हुंदे सन। ये नहीं भी बाद च सत्कार होने लगे। ते संत ज्ञानी मोहन सिंह जी की रचना तो कढ़ाणी साहब कथा करते हैं, उदों संत ज्ञानी अवतार सिंह जी बाई जी अजे विद्यार्थी रूप में पढ़ रहे सन। मैं अपने कन्नी सुन ते महापुरखा ने कहा भी उत्थे दसम की कथा कर रहे सी महापुरुष।
ਗਿਆਨੀ ਮੇਵਾ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਨਿਯੁਕਤ ਹੋਏ ਉਹ ਵੀ ਉੱਥੇ ਬੈਠੇ ਸੀ ਤੇ ਉਹਨਾਂ ਨੇ ਬੜੇ ਖੁੱਲ੍ਹਦਿਲੀ ਦੇ ਨਾਲ ਵਿਆਖਿਆ ਕੀਤੀ ਕਿ ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀ ਅਵਤਾਰਾਂ ਦੀ ਕਥਾ ਲਿਖੀ ਹੈ, ਇਹਦੇ 'ਚ ਅਵਤਾਰਾਂ ਦੇ ਗੁਣ ਵੀ ਲਿਖੇ ਹੋਏ, ਉਹਨਾਂ 'ਚ ਇਹ ਗੁਣ ਸੀ ਜਿਹੜੇ ਜਿਹੜੇ ਭਗਤਾਂ ਨੂੰ ਅਵਤਾਰਾਂ ਨੇ ਤਾਰਿਆ, ਮਹਾਰਾਜ ਨੇ ਉਹ ਵੀ ਨਹੀਂ ਲੁਕੋਏ, ਸੱਚਾਈ ਪ੍ਰਗਟ ਕਰ ਦਿੱਤੀ। ਪਰ ਜਿਹੜੇ ਅਵਤਾਰਾਂ 'ਚ ਔਗਣ ਸੀ ਛੱਡਿਆ ਉਹ ਵੀ ਕੋਈ ਨਹੀਂ, ਕਹਿੰਦੇ ਇਹ ਕਮਜ਼ੋਰੀਆਂ ਵੀ ਹੈਗੀਆਂ ਸੀ ਉਹਦੇ 'ਚ। ਤੇ ਗੁਣ ਔਗਣ ਸਾਰੇ ਦੱਸਣ ਵਾਸਤੇ ਖਾਲਸੇ ਨੂੰ ਸੁਚੇਤ ਕਰਨ ਦੇ ਲਈ ਕਿ ਤੁਸੀਂ ਅਵਤਾਰਾਂ ਦੇ ਉਪਾਸਕ ਨਹੀਂ ਬਣਨਾ। ਮਕਸਦ ਕੀ ਸੀ? ਇੱਕ ਜਾਣਕਾਰੀ ਦੇਣੀ, ਦੂਸਰਾ ਅਕਾਲ ਪੁਰਖ ਦੇ ਉਪਾਸਕ ਬਣਾਉਣਾ। ਇਹ ਮਹਾਰਾਜ ਦਾ ਮਨੋਰਥ ਸੀ। ਤੇ ਜੰਗਾਂ ਯੁੱਧਾਂ ਦੇ ਪ੍ਰਸੰਗ ਦੇਵੀ ਦਾ ਲਿਖਣ ਦਾ ਹੋਰ ਕੀ ਮਤਲਬ ਸੀ? ਕੋਈ ਦੇਵੀ ਦੀ ਤਾਰੀਫ ਕਰਕੇ, ਉਹ ਸੱਚਾਈ ਹੈ, ਦੇਵੀ ਦੀ ਸ਼ਕਤੀ ਦੀ ਸੱਚਾਈ ਹੈ। ਪਰ ਇਹਦੇ ਨਾਲ ਲਿਖ ਵੀ ਦਿੱਤਾ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੈ ਪ੍ਰਭ। ਧਰਮ ਯੁੱਧ ਕੇ ਚਾਹੇ, ਮੈਂ ਆਪਣੇ ਖਾਲਸੇ ਨੂੰ ਧਰਮ ਯੁੱਧ ਦਾ ਉਤਸ਼ਾਹ ਪੈਦਾ ਕਰਨ ਲਈ ਇਹ ਪ੍ਰਸੰਗ ਪੁਰਾਣਕ ਕਥਾਵਾਂ ਲਿਖੀਆਂ, ਉਹਨਾਂ ਦੇ ਰੱਖੀ। ਸੋ ਇਸ ਕਰਕੇ ਸਾਧ ਸੰਗਤ ਜੀ, ਲੱਗਦਾ ਹੈ ਛੇਵੇਂ ਪਾਤਸ਼ਾਹ ਦੇ ਜੀਵਨ ਨੂੰ ਧੁੰਦਲਾ ਕਰਨ ਵਾਸਤੇ ਅਖੀਬਾਕਾਰ ਨੇ ਇਹਦੇ ਵਿੱਚ ਜਿਹੜੇ ਰਲਗੜ ਕਰਨ ਵਾਲੇ ਸੀ ਬ੍ਰਾਹਮਣੀ ਮਤ ਨੇ ਇੱਥੇ ਪੂਰਾ ਟਿੱਲ ਲਾ ਦਿੱਤਾ। ਲੱਗਦਾ ਇਹਦੇ 'ਚ ਸਾਬਤ ਕੀਤਾ ਗਿਆ ਕਿ ਕੌਲਾ ਜਿਹੜੀ ਸੀ ਕਾਜੀ ਦੀ ਧੀ ਸੀ। ਇਹ ਸਾਬਤ ਕੀਤਾ ਗਿਆ ਜੋ ਪਿੱਛੇ ਕਥਾ ਰਹਿ ਚੁੱਕੀ। ਕਾਜੀ ਦੀ ਧੀ ਸੀ ਕਿ ਉਹ ਕਾਜੀ ਦੀ ਧੀ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ। ਦਰਸ਼ਨ ਕਰਕੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂ। ਕਾਜੀ ਨੇ ਇੰਨੇ ਅਪਰਾਧ ਵਿੱਚ ਕੁੱਟੀ ਔਰ ਕੋਰੜਿਆਂ ਦੀ ਮਾਰ ਮਾਰੀ। ਜਿਹੜੇ ਹਿਸਾਬ ਸਿਰ ਇਤਿਹਾਸ ਵਿੱਚ ਕੌਲਾਂ ਨੂੰ ਕੋਰੜਿਆਂ ਦੇ ਨਾਲ ਕਾਜੀ ਨੇ ਮਾਰਿਆ, ਵੀ ਕੋਈ ਬਾਪ ਆਪਣੀ ਧੀ ਦੇ ਉੱਤੇ ਇੱਕ ਹੱਥ ਉਠਾ ਹੀ ਨਹੀਂ ਸਕਦਾ। ਪਹਿਲੀ ਤਾਂ ਗੱਲ ਇਹ ਕਾਰਨ ਕੀ ਸੀ? ਵੀ ਧੀ ਹੈ ਨਹੀਂ ਸੀ। ਇਹਦੇ ਵਿੱਚ ਜਿੰਨੇ ਕੁ ਸਰੋਤ ਦਾਸ ਨੇ ਪੜ੍ਹੇ ਹੈ, ਉਹਨਾਂ ਦੇ ਵਿੱਚੋਂ ਮੈਂ ਡਾਕਟਰ ਭਾਈ ਵੀਰ ਸਿੰਘ ਦੀ ਖੋਜ ਨੂੰ ਨਕਮਸਤਕ ਹੋਣਾ। ਮੈਂ ਭਾਈ ਸਾਹਿਬ ਦੀ ਖੋਜ ਦੇ ਅੱਗੇ, ਉਹਨਾਂ ਦੀ ਕਰਨੀ ਦੇ ਅੱਗੇ ਸੀਸ ਝੁਕਾਉਣਾ। ਉਹਨਾਂ ਨੇ ਐਸਾ ਬਰੀਕ ਝਾੜਾ ਲਾ ਕੇ ਛਾਣਬੀਣ ਕੀਤੀ ਇਸ ਇਤਿਹਾਸ ਦੀ ਖੋਜ ਦੀ, ਔਰ ਉਹਨਾਂ ਨੇ ਸਾਬਤ ਕੀਤਾ। ਤਵਾਰੀਖਾਂ ਦੇ ਅੰਦਰ ਵੀ 2-3 ਸਰੋਤ ਐਸੇ ਪੜ੍ਹੇ ਜਿਹਦੇ ਵਿੱਚ ਇਹ ਸਪਸ਼ਟ ਹੋ ਗਿਆ ਕਿ ਕੌਲਾ ਜਿਹੜਾ ਪਹਿਲਾਂ ਤਾਂ ਇਹਦਾ ਨਾਮ ਜਿਹੜਾ ਵੀ ਅਹਿਸਾਸ ਸੰਗੀ, ਇਹ ਹਿੰਦੂ ਮਤ ਦਾ ਹੀ ਨਾਮ ਤੇ ਇਹ ਹੋਰ ਵੀ ਕਈ ਪ੍ਰਸੰਗਾਂ ਵਿੱਚ ਹਿੰਦੂ ਕੁੜੀਆਂ ਦੇ ਨਾਂ ਨੂੰ ਕੌਲਾ ਲਿਖਿਆ। ਤੇ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਕਿਰਪਾ ਕਰਨ ਸਾਡੇ ਤੇ ਵੀ, ਸਾਨੂੰ ਇਹ ਸਮਝ ਆ ਜਾਏ ਵੀ ਇਹ ਜਿਹੜਾ ਦੁੱਧ 'ਚ ਮੱਖੀਆਂ ਡਿੱਗੀਆਂ, ਇਹ ਵੱਡੀਆਂ ਮੱਖੀਆਂ। ਤੇ ਕੌਲਾ ਜਿਹੜਾ ਹੈ, ਇਹ ਨਾਮ ਹੈ ਬ੍ਰਾਹਮਣਾਂ ਦੀ ਲੜਕੀ ਸੀ। ਭਾਈ ਸਾਹਿਬ ਨੇ ਲਿਖਿਆ ਵੀ ਬ੍ਰਾਹਮਣਾਂ ਦੀ ਕੁੜੀ। ਔਰ ਇਸ ਨੂੰ ਜਿਵੇਂ ਚੁੱਕ ਕੇ ਬ੍ਰਾਹਮਣਾਂ ਦੇ ਘਰ ਤੋਂ ਛੋਟੀ ਹੁੰਦੀ ਨੂੰ ਵੇਚਿਆ ਗਿਆ, ਔਰ ਇਸ ਦੀ ਵਿਕਰੀ ਹੋਈ ਜਿਵੇਂ ਉਸ ਵੇਲੇ ਹਿੰਦੂ ਮਤ ਦੀਆਂ ਕੁੜੀਆਂ ਨਾਲ ਹੁੰਦੀ ਸੀ, ਇਹਦੇ ਨਾਲ ਵੀ ਹੋਇਆ। ਔਰ ਕਾਜੀ ਨੇ ਇਸ ਨੂੰ ਲੜਕੀ ਨੂੰ ਖਰੀਦਿਆ ਔਰ ਆਪਣੇ ਘਰ ਰੱਖਿਆ। ਆਪਣੀ ਗੰਦੀ ਵਾਸ਼ਨਾ ਦੀ ਪੂਰਤੀ ਵਾਸਤੇ ਵਿਆਹਤਾ ਔਰਤ ਨਿਕਾਹ ਵਾਲੀ ਹੋਰ ਸੀ ਤੇ ਇਹ ਰਖੇਲ ਰੱਖੀ ਹੋਈ ਸੀ। ਸਜਾਈ ਤਾਂ ਹੈਗੀ ਇਹ ਵੀ ਕਾਜੀ ਦੀ ਰਖੇਲ ਹੈ, ਨਾ ਕਿ ਕਾਜੀ ਦੀ ਧੀ ਹੈ। ਇੱਕ ਤਾਂ ਇਹ ਬਹੁਤ ਵੱਡਾ ਅੰਤਰ ਹੈ। ਕਦੇ ਵੀ ਕੌਲਾਂ ਨੂੰ ਇਹ ਨਾ ਸਮਝੋ ਵੀ ਕਾਜੀ ਦੀ ਧੀ ਸੀ, ਰਖੇਲ ਸੀ। ਦੂਸਰੀ ਗੱਲ, ਜਿਹੜੇ ਤਰੀਕੇ ਦੇ ਨਾਲ ਕੌਲਾਂ ਦਾ ਮਿਲਾਪ ਦਰਸਾਇਆ ਗਿਆ ਹੈ, ਤੇ ਉਹ ਕੋਈ ਵੀ ਸੁਣਨ ਵਾਲਾ ਸਰੋਤਾ ਗੁਰੂ ਸਾਹਿਬ ਦੀ ਸ਼ੰਕਾ ਕਰੇ ਬਿਨਾਂ ਰਹਿ ਹੀ ਨਹੀਂ ਸਕਦਾ। ਜੇ ਸੰਪਰਦਾਈ ਜਿਹੜੇ ਮਹਾਂਪੁਰਸ਼ਾਂ ਤੋਂ, ਕਿਸੇ ਵਿਦਿਆਲਿਆਂ ਦੇ ਵਿੱਚੋਂ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਕਿਸੇ ਤਰੀਕੇ ਦੇ ਨਾਲ, ਕਿਸੇ ਸਿਸਟਮ ਦੇ ਨਾਲ ਪੜ੍ਹਿਆ ਨਾ, ਤੇ ਉਹ ਕਦੇ ਵੀ ਗਲਤੀ ਨਹੀਂ ਕਰੂਗਾ। ਕਿਉਂਕਿ ਉਹਨੂੰ ਤਾਂ ਵਿਦਿਆਰਥੀ ਨੂੰ ਸੁਧਾਰਿਆ ਜਾਂਦਾ ਵੀ ਇਹਨੂੰ ਪ੍ਰਸੰਨ ਹੋਇਆ ਸੁਧਾਰਨਾ ਵੀ ਇਹ ਦੁੱਧ 'ਚ ਮੱਖੀਆਂ ਲੱਗੀਆਂ ਹੋਈਆਂ। ਤੇ ਇਸ ਕਰਕੇ ਬੜੀ ਸਾਵਧਾਨੀ ਦੇ ਨਾਲ ਇਹ ਬਹੁਤ ਸਿਆਣੇ ਸੂਝਵਾਨ ਹੈਡ ਗ੍ਰੰਥੀ ਸਾਹਿਬ ਬੈਠੇ, ਭਾਈ ਲਖਵਿੰਦਰ ਸਿੰਘ ਜੀ ਕਥਾਵਾਜ ਸਾਡੇ
नौजवान पीढ़ी के साडी संप्रदा के ज्ञानी सिंह बैठे, होर भी किते ज्ञानी सिंह साडे सुनते होंगे, किसी की सुनी सुनाई कथा का प्रभाव बन के नहीं, महापुरख जिमें इदों चंगी तरह साहसी छाणबीण करते। गुरु कृपा करे महापुरखों दी कापियां भी दास के कोल गुरु प्रताप सूरग्रंथ दियां प्राप्त हो गई सी। इहनूं भाई बंद कर दो जी कोल भी। सो कौला जिहड़ी सी ये सी ब्राह्मणां दी कुड़ी, काजी दी रखेल है, स्पष्ट अखरां दे विच है, अरे दा सबूत है। ये नहीं है भी मैं कोलों इत्थे कह दियां मीडिया दे विच दूर दराड़े तक आवाज़ जाती है तो इहनूं गल नूं साबित करना सिखाओ, गल दा कहण दा की फायदा। ये रखेल सी गल। दूसरी बात, ये रंग भरिया कवि ने भरिया जां फिर साखी बगाड़न वाले ने भरिया, जां उस वेले दे प्रचलित रवायत भाई साहब तक पहुंची गलत, तो उन्होंने छाणबीण करे बिना लिखा, मैनूं नहीं पता इहदे च की है, लेकिन है बहुत कुछ। जदों कि असलीयत यह है कि कौला काजी दे गंदी बासना का भांडा बने नूं जिहदे विच वो अपना कंध सुटदा रहा, वो अक गई सी। ते हुण वो एक पासे माता पिता के विछोड़े का दुख है दर्द, दूसरे पासे अपने हिंदू धर्म नूं बदलण का दुख है कि जबरदस्ती मेरा धर्म बिगाड़ दिता गया, जीवन बिगाड़ दिता, धर्म बिगाड़ दिता, परिवार तो तोड़ के, संसार तो तोड़ के एक पासे अपने जोगी करके रख ले। और सरकार काजियां दी पिठ ते है, क्यों काजियां दे कोल न्याय उन्होंने गलत कराने, काजी होए रिश्वत की वड्डी लैके रख दुबारी फतवे दवाने। हुण सूबा सरहंद वजीर खान ने फतवा दवाउणा सी काजी दे कोलों, किते फतेहगढ़ साहब जाओ, वो थां भी किते देख के आओ जिथे काजी ने बह के फतवा दिता सी। फतेहगढ़ साहब का जिथे नीहां दे विच चिड़े सी, उत्थे दा साहिबजादियां नूं कतल कीता गया, शहीद कर दिता गया। पर उत्थों एक साथ सिंह जी तकरीबन अद्धा किलोमीटर ते, वैसे इन्ना भी नहीं है, घट ही है इहदे नाल, एक जगह भी चिट्टी मसीत गुरुद्वारा रखा। अजकल गुरुद्वारा बन गया, इस करके मसीत का नाम ही रखा, तो गुरुद्वारे नाम चिट्टी मसीत गुरुद्वारा। वो गुरुद्वारे के अंदर तुसी जाओगे, मसीत उवें जिवें कायम है, वो उन जगह नूं छेड़िया नहीं गया। शुक्र है किते मार्बल लाउण वालियां दी निगाह ना पै गई, ये हाले बची हुई है जगह हो, ते नहीं तो मार्बल की चाह ढा देनी सी, उत्थे भी दी लोड़ ही नहीं हैगी। हुण बड़े काजी वास्ते उच्चा चौंतरा, छोटे काजी वास्ते छोटा चौंतरा, दो चौंतरे बने हुए जिथे दोने काजी बहते सी। और उत्थे एक एडी बड़ी सुरंग है जिहदे विच बड़े आराम दे नाल ऊपर सिर ना लगे तो भी बहुत उच्ची लम्मी चौड़ी सुरंग है, जिहदे विच नूं बंदा आराम नाल तुर के जा सकदा सी। वो सुरंग जाके खुलदी सी ठंडे बुरज दे विच। मुजर नूं ठंडे बुरज तो बाहर तक कोई पौड़ी है नहीं सी, हुण जिवें मर्जी इतिहास कर दिखाई जाण। मुजर नूं बंद करन दा ठंडे बुरज दे विच लिआउण दा एक वखरा तरीका सी, ते जां बादशाह आप जांदा सी, वो भी लुकमें उस वक्त एक रास्ता जांदा सी, सूबा सरहंद दी कचहरी जाके दरवाजा खुलदा सी सुरंग दे विच ही। जे किसी ने देखनी अज भी वो सुरंग का नमूना तुहानूं दिखाया जा सकता है, ते दास दे कोल आ जाओ, मैं तुहानूं नाल जाके दिखा दूँ भी आह सुरंग का अजे इन्ना हिस्सा यह खल खुंजे दे अजे बचिया पिया, वो तत्थ अज मेट दिते हुए। ते उहदे विचों ही सुरंग का एक हिस्सा जाता सी रौजियां विच जाके, पता काजी रहिंदा सी रौजियां च, उत्थों आके फतवा दे के, क्योंकि काजियां नूं बड़ा सेफ रखा जाता सी भी कोई एवें मार ना देवे इन्हां नूं, क्योंकि किन्नियां नूं कतल दा नजायज़ सबूत होण उहनां दे कोल। सो इस करके साहस जी काजी जिहड़े सी उहनां दी पिठ दे उत्ते सरकार रहिंदी सी। काजियां दे जायज़ नजायज़ राजे भी करदे सी, ये भी करते कहते काफरां नूं जिन्ना कुटो उन्ना असबाब मिलूगा, इन्हां नूं जिन्ना मर्जी तंग करो, इन्हां दियां धीआं भैणां नूं इस्लाम विच लिआओ, ये असबाब मनदे सन। हालांकि ऐसा नहीं लिखा हुआ कुरान में, कुरान भी मेरे को रही है, मैं पढ़ लेना जो दिन नाम लगता है। साथ संग जी एक काजी की रखेल होने करके जदों ने लोहड़ियां का तशद्दद मतलब इहने अपने मने मन फैसला किया कि मना कोई तरीका है इत्थों दे जाल चों निकलण दा,
ਤੇ ਇਹਨੇ ਜਾਲ ਤੋਂ ਨਿਕਲਦਾ ਇਹਦੇ ਕੰਨਾਂ 'ਚ ਕਲਸੋ ਪਈ, ਪੀਰ ਮੀਆਂ ਮੀਰ ਦੀ ਸੰਗਤ ਇਹਨੂੰ ਪ੍ਰਾਪਤ ਹੋ ਗਈ। ਪੀਰ ਮੀਆਂ ਮੀਰ ਦੇ ਕੋਲੋਂ ਪਤਾ ਲੱਗਿਆ ਗੁਰੂ ਨਾਨਕ ਦੇ ਘਰ ਦਾ। ਪੀਰ ਮੀਆਂ ਮੀਰ ਨੇ ਦਿੱਤਾ ਇਹਨੂੰ ਸੁਖਣੀ ਦਾ ਗੁਟਕਾ। ਸੁਖਣੀ ਪੜ੍ਹਦੀ ਹੈ ਤੇ ਪੀਰ ਮੀਆਂ ਮੀਰ ਨੇ ਇਹ ਸਾਰੇ ਥੋਪ ਤੇ ਜਦੋਂ ਦੱਸੇ ਹੈ ਤੇ ਉਹਦੀ ਸੰਗਤ ਕਰਨ ਕਰਕੇ ਥੋੜਾ ਜਿਹਾ ਗੁਰੂ ਘਰ ਵੱਲ ਨੂੰ ਇਸ ਦਾ ਰੂਪ ਸਾਜ ਜੀ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਬਾਰੇ ਇਹਨੂੰ ਪਤਾ ਲੱਗਿਆ, ਉਹਨਾਂ ਦੀ ਸੂਰਬੀਰਤਾ ਬਾਰੇ ਪਤਾ ਲੱਗਿਆ ਜਦੋਂ ਕਾਜੀ ਦੇ ਨਾਲ ਘੋੜੇ ਦਾ ਚੱਕਰ ਚੱਲਿਆ। ਘੋੜੇ ਦੇ ਲੈਣ ਦੇਣ ਦੇ ਪਿੱਛੇ ਜਿਹੜਾ ਉਹ ਗੱਲਾਂ ਹੋਣ ਲੱਗੀਆਂ ਤੇ ਉਸ ਵੇਲੇ ਇੱਕ ਦਿਨ ਅਚਾਨਕ ਗੁਰੂ ਲੰਘੇ ਜਾਂਦਿਆਂ ਨੂੰ ਇਸ ਨੇ ਦੇਖਿਆ ਤੇ ਗੁਰੂ ਸਾਹਿਬ ਦਾ ਚਿਹਰਾ ਦੇਖ ਕੇ ਉਹਦੀ ਉਹ ਸੂਰਬੀਰਤਾ ਗੁਰੂ ਦੀ ਦੇਖ ਕੇ ਇਹਨੂੰ ਨਿਸ਼ਚਾ ਹੋ ਗਿਆ ਵੀ ਅੱਜ ਦੁਨੀਆ ਦੇ ਉੱਤੇ ਮਰਦਾਂ ਦੀ ਜਾਤ ਵਿੱਚ ਮਰਦ ਦੇ ਰੂਪ ਦੇ ਅੰਦਰ ਕਲੰਕ ਦਾ ਤੁਰੇ ਫਿਰਦੇ। ਮੇਰੇ ਵਰਗੀ ਅਬਲਾ ਨੂੰ ਬਚਾਉਣ ਵਾਸਤੇ ਕੋਈ ਮਰਦ ਚਾਹੀਦਾ ਹੈ, ਮਾਂ ਦਾ ਪੁੱਤ, ਸੂਰਮਾ, ਯੋਧਾ, ਪੜਵਾਨ, ਜਿਹੜਾ ਦਿੱਲੀ ਦੇ ਤਖਤ ਤੋਂ ਵੀ ਨਾ ਡਰੇ, ਕਾਜ਼ੀਆਂ ਤੋਂ ਰੱਖੀ। ਉਹਨੂੰ ਨਿਸ਼ਚਾ ਬਚ ਗਿਆ ਇਹ ਗੁਰੂ ਵੱਡਾ ਸੂਰਮਾ ਹੈ। ਉਹਨੇ ਫਿਰ ਚਿੱਠੀ ਲਿਖੀ, ਚਿੱਠੀ 'ਚ ਆਪਣਾ ਦਰਦ ਲਿਖਿਆ ਤੇ ਉਹ ਚਿੱਠੀ ਲਿਆ ਕੇ ਆਪਣੀ ਦਾਸੀ ਨੂੰ ਕਿਹਾ ਵੀ ਜਾ ਕੇ ਗੁਰੂ ਨੂੰ ਫੜਾ। ਗੁਰੂ ਸਾਹਿਬ ਨੇ ਚਿੱਠੀ, ਉਸੇ ਚਿੱਠੀ ਦੇ ਬੈਕ ਸਾਈਡ ਤੇ 2 ਅੱਖਰ ਲਿਖ ਦਿੱਤੇ। ਉਹ ਚਿੱਠੀ 'ਚ ਇੱਕ ਮਿਹਣਾ ਵੀ ਲਿਖਿਆ ਸੀ। ਔਰ ਕਾਜੀ ਨੇ ਜਦੋਂ ਉਹਨੂੰ ਪਤਾ ਲੱਗਿਆ ਵੀ ਇਹਨੇ ਗੁਰੂ ਦਾ ਦਰਸ਼ਨ ਕੀਤਾ ਹੈ, ਕਾਜੀ ਤਾਂ ਪਹਿਲੇ ਡਰ ਸੀ ਨਾ ਵੀ ਕਿਤੇ ਐਸੀ ਗੱਲ ਨਾ ਹੋਵੇ, ਗੁਰੂ ਤੋਂ ਹੀ ਡਰਦਾ ਸੀ। ਉਹ ਕੋਰੜੇ ਮਾਰੇ, ਇਹਦੇ ਕੋਈ ਦੋਣਾ। ਉਹਨੇ ਕੋਰੜਿਆਂ ਦੀ ਗੱਲ ਲਿਖੀ, ਗੁਰੂ ਜੀ ਤੁਹਾਡਾ ਦਰਸ਼ਨ ਕਰਕੇ ਮੇਰੇ ਕੋਰੜੇ ਵੱਜੇ ਆ। ਮੈਂ ਤਾਂ ਸੁਣਿਆ ਵੀ ਤੁਸੀਂ ਜਮਾਂ ਦੇ ਜਿਹੜੇ ਸੱਟਾਂ ਨੂੰ ਉਹਨਾਂ ਤੋਂ ਵੀ ਬਚਾ ਲੈਂਦੇ ਹੋ ਤੇ ਮੈਨੂੰ ਦਰਸ਼ਨ ਦਾ ਫਲ ਇਹ ਮਿਲਿਆ ਵੀ ਕੋਰੜੇ ਮਿਲੇ, ਤੁਸੀਂ ਸਿੱਖਾਂ ਨੂੰ ਕਿਵੇਂ ਬਚਾਉਂਦੇ? ਮਿਹਣਾ ਵੀ ਮਾਰਿਆ। ਮਹਾਰਾਜ ਨੇ ਉਹਦੀ ਬੈਕ ਸਾਈਡ ਤੇ ਚਿੱਠੀ ਤੇ ਲਿਖਿਆ, ਕੌਲਾਂ ਅਸੀਂ ਇਹ ਕੋਈ ਦੋਰਾਵਾ ਨਹੀਂ, ਅਸੀਂ ਬਚਾਉਂਦੇ ਹਾਂ ਸਿੱਖਾਂ ਨੂੰ ਜਿਹੜੇ ਮੇਰੇ ਬਣ ਜਾਂਦੇ, ਜਿਹੜੇ ਗੁਰੂ ਕੇ ਜਹਾਜ਼ ਚੜ ਜਾਂਦੇ। ਇਹ ਸ਼ਬਦ ਲਿਖਿਆ, ਜਿਹੜਾ ਸਿੱਖ ਬਣ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਹੈ ਸਾਡੀ। ਇਸ ਕਰਕੇ ਵੀ ਹੁਣ ਤੈਂ ਜੇ ਦਰਸ਼ਨ ਕੀਤੇ, ਕੋਰੜੇ ਵੱਜ ਗਏ, ਇਹ ਮੇਰੀ ਜ਼ਿੰਮੇਵਾਰੀ ਥੋੜੀ ਹੈ। ਤੂੰ ਸਿੱਖੀ ਕਬੂਲ ਤੇ ਫਿਰ ਗੁਰੂ ਲੋਕ ਪਰਲੋਕ 'ਚ ਰੱਖਿਆ ਕਰੂਗਾ ਤੇਰੀ। ਇਹ ਕਿਹੜੀ ਗੱਲ ਹੈ? ਉਹਨੇ ਪੜ੍ਹਿਆ ਤੇ ਬਹੁਤ ਆਨੰਦਿਤ ਹੋ ਦੁਬਾਰੇ ਦੇ ਸੁਨੇਹਾ ਭੇਜਿਆ। ਇਹ ਕਹਿਣ ਲੱਗੀ ਵੀ ਸਤਿਗੁਰੂ ਕਿਰਪਾ ਕਰੋ ਤੇ ਮੈਂ ਬਹੁਤ ਦੁਖੀ ਹਾਂ, ਹੁਣ ਤੱਕ ਨਰਕ ਭੋਗ ਰਹੀ ਹਾਂ। ਕਾਜੀ ਦੀ ਵੱਡੀ ਉਮਰ, ਛੋਟੀ ਉਮਰ, ਬ੍ਰਾਹਮਣਾਂ ਦੇ ਘਰ ਜੰਮੀ, ਹਿੰਦੂਆਂ ਦੀ ਕੁੜੀ, ਰਖੇਲ ਰੱਖੀ ਹੋਈ, ਗਰੀਬ ਨਵਾਜ਼, ਮੈਨੂੰ ਬਚਾ ਲਓ। ਮੈਂ ਦੁਨੀਆ ਦਾ ਕੋਈ ਸੁੱਖ ਨਹੀਂ ਚਾਹੀਦਾ, ਮੈਨੂੰ ਕੇਵਲ ਖੁਦਾ ਦੀ ਬੰਦਗੀ ਚਾਹੀਦੀ ਹੈ। ਮੈਂ ਰੱਬ ਦਾ ਨਾਂ ਲੈਣਾ ਚਾਹੁੰਦੀ ਹਾਂ, ਇਬਾਦਤ ਕਰਨਾ ਚਾਹੁੰਦੀ ਹਾਂ। ਵੀ ਹੁਣ ਇੱਕ ਵਾਰੀ ਇਸਲਾਮ ਧਾਰਨ ਕਰ ਲਿਆ, ਚਲੋ ਇਹਦੇ ਹੁਣ ਸਾਰੇ ਸੀ, ਮੈਨੂੰ ਕੌਣ ਕਬੂਲੂਗਾ? ਹਿੰਦੂਆਂ ਨੇ ਤਾਂ ਕਬੂਲਣਾ ਨਹੀਂ। ਮਹਾਰਾਜ ਸਾਹਿਬ ਕਹਿੰਦੇ ਤੈਨੂੰ ਜਿਹਨੂੰ ਕੋਈ ਨਹੀਂ ਕਬੂਲਦਾ, ਗੁਰੂ ਘਰ ਕਬੂਲਦਾ। ਤੂੰ ਬੰਦਗੀ ਕਰਨੀ ਹੈ ਖੁਦਾ ਦੀ ਕਰ, ਤੈਨੂੰ ਸਾਰੀਆਂ ਸਹੂਲਤਾਂ, ਪਰ ਜੇ ਐਸੀ ਬਾਤ ਹੈ ਤਿਆਰ ਹੋ ਜਾਵੇ। ਕਹਿਣ ਲੱਗੀ ਗੁਰੂ ਜੀ ਇੱਕ ਸ਼ਰਤ ਹੈ ਮੇਰੀ, ਮੈਂ ਕਿਸੇ ਮਰਦ ਦੇ ਉੱਤੇ ਵਿਸ਼ਵਾਸ ਨਹੀਂ ਕਰਦੀ, ਤੁਹਾਡੇ ਤੇ ਕਰਦੀ ਹਾਂ। ਜੇ ਮੈਨੂੰ ਲੈ ਕੇ ਜਾਣਾ ਤਾਂ ਖੁਦ ਆਪ ਆਓ ਫਿਰ ਲੈਣ ਵਾਸਤੇ। ਇਹ ਨਰਕ ਚੋਂ ਤੁਸੀਂ, ਮੈਨੂੰ ਵਿਸ਼ਵਾਸ ਹੈ ਵੀ ਤੁਸੀਂ ਇਹ ਸਰਕਾਰ ਦਾ ਵੀ ਮੁਕਾਬਲਾ ਕਰ ਸਕਦੇ ਹੋ, ਕਾਜੀ ਦਾ ਮੁਕਾਬਲਾ ਕਰ ਸਕਦੇ ਹੋ। ਮੈਂ ਬਹੁਤ ਦੁਖੀ। ਗੁਰੂ ਸਾਹਿਬ ਨੇ ਨਰਕ ਚੋਂ ਕੱਢ ਕੇ ਲੈ ਕੇ ਆਉਂਦੀ, ਕਾਜੀ ਦੀ ਧੀ ਸੀ। ਸਾਸ ਜੀ ਐਵੇਂ ਇਤਿਹਾਸ ਵਿੱਚ ਲਿਖ ਦਿੱਤਾ ਨਹੀਂ, ਕਾਜੀ ਦੀ ਰਖੇਲ ਸੀ। ਸਿੱਧਿਆਂ ਸ਼ਬਦਾਂ 'ਚ ਇਹ ਸਮਝਣਾ ਚਾਹੀਏ। ਤੋ ਇਸ ਕਰਕੇ ਫਿਰ ਉਹਦੀ ਅੱਗੇ ਚੱਲ ਕੇ ਅਵਸਥਾ ਕੀ ਬਣਦੀ ਹੈ। ਗੁਰੂ ਸਾਹਿਬ ਵੱਖਰਾ ਮਕਾਨ ਦਿੰਦੇ ਨੇ ਉਹਨੂੰ ਭਜਨ ਕਰਨ ਦਾ ਤਰੀਕਾ ਦੱਸਦੇ ਨੇ। ਉਹਨੂੰ ਕਹਿੰਦੇ ਨੇ ਗੁਰੂ ਨਾਨਕ ਦੇ ਮੱਧ ਵਿੱਚ ਮੁਸਲਮਾਨ ਆਏ, ਹਿੰਦੂ ਆਵੇ, ਉਹਦੀਆਂ ਜੜ੍ਹਾਂ 'ਚ ਪੌਦੇ ਦੇ ਪਾਣੀ ਪਾਇਆ। ਅਸੀਂ ਕਿਸੇ ਦਾ ਬੂਟਾ ਪੁੱਟ ਕੇ ਆਪਣੇ ਬਾਗ 'ਚ ਨਹੀਂ ਲਾਇਆ। ਤੋ ਬੰਦਗੀ ਕਰ, ਤੇਰੀ ਅਵਸਥਾ ਬਣ ਜਾਊ। ਹੁਣ ਉਹਦੀ ਅਵਸਥਾ ਬਣ ਗਈ, ਉਹਦੀ ਅਵਸਥਾ ਇੱਥੇ ਤੱਕ ਬਣ ਗਈ ਹੈ। ਉਹ ਹੁਣ ਇਸ ਅਧਿਆਇ ਦੇ ਵਿੱਚ ਉਹਦੀ ਅਵਸਥਾ ਜ਼ਾਹਰ ਹੁੰਦੀ ਹੈ। ਜੇ ਉਹ ਇੱਕ ਉਸ ਤਰ੍ਹਾਂ ਦੀ ਔਰਤ ਸੀ ਜਿਹੜੀ ਕੇਵਲ ਵਾਸਨਾ ਦੀ ਤ੍ਰਿਪਤੀ ਵਾਸਤੇ ਹੀ ਤੁਰੀ ਫਿਰਦੀ ਸੀ ਅਜੇ ਵੀ, ਤਾਂ ਫਿਰ ਆਹ ਅਵਸਥਾ ਨਹੀਂ ਬਣ ਸਕਦੀ। ਗੁਰੂ ਪਿਆਰਿਓ, ਇਹ ਗੁਰੂ ਸਾਹਿਬ ਤੇ ਇੱਕ ਗੁਰੂ ਸਾਹਿਬ ਦੇ ਜੀਵਨ ਤੇ ਚਿੱਕੜ ਸਿੱਟਣ ਵਾਲੀ ਬਾਤ ਹੈ, ਜਿਹੜੀ ਪਿਛਲੇ ਅਧਿਆਇ ਦੇ ਵਿੱਚ ਬਹੁਤ ਧਿਆਨ ਦੇ ਨਾਲ ਇਹ ਕਥਾ ਕਰਨ ਵਾਲੀ ਹੈ। ਦਾਸ ਨੂੰ ਵਿਸ਼ਵਾਸ ਹੈ ਕਿ ਸੰਪਰਦਾਇ ਗਿਆਨੀ ਤਾਂ ਕਦੇ ਗਲਤੀ ਕਰ ਹੀ ਨਹੀਂ ਸਕਦਾ।
पर कुछ यहे जे अनजान भी एक बार ऐसा भी देखा, एक थां से कथा हो रही सी पर उदों बाद दास ने लगना सी ते वो कथा का प्रसंग ये आके हटिया, उदों बाद दास ने अगले पन्ने अध्यापन करना सी ते मैनू उत्थे जांदे ही दस्या गया भी कल कथा दे विच झगड़ा हो गया इत्थे। मैं कहा झगड़ा किहने कीता? कहंदे एक माई ने कीता। मैं कहा माईयां कथा सुन लौंदे कि तुहाडे गल्लां आउंदियां भी ये कोई कायदा बनता है भी उत्थे झगड़ा संगत दे विचों करो, जे कोई शंका बात च पुछो, संगत विच बोलण दा अधिकार नहीं किसी नूं। कहंदे जी माई बड़ी लड़ाकी आ भी लड़ू तुहाडे नाल भी। मैं कहा माई कहंदा जी टकरा मारू, मैं ही नहीं लड़ना, मेरी मां वर्गी है, मैं कहते लड़ूंगा उहदे नाल। कहते जी कल तो बहुत वधो घट होया। मैं कहा होया की? कहते जी वो कौलां दे प्रसंग च होया। माई सी गुरु ते दृढ़ विश्वास रखने वाली। अगले दिन दास ने वो सारी जिहड़ी सी कौलां दा प्रसंग जो गलत लिखिया है उसका संखेप दसना दिता भी लिखिया इउं है पर इउं नहीं है, असलीयत आ है। वो सुन के बीबी जोड़ियां च खड़ी मैनूं कहदी बाबा जी रोकिओ जरा। मैं कहा भी बला चिमड़ू हुण मैनूं लगदी है। उहने दसदा कहंदे यही है माई। मैं कहा हाँ बेबे दस। कहंदी जिहड़ा भाई कल आया सी कहंदी वो तां कथा होर ही कर गया सी। मैं कहा कहती भी ऐ करनी चाहिए जिवें तैं करी है। मैनूं कहंदी मैं कहा बेबे भी की गल हो गई पर तेरी भी गलती है, तू भी इस तरह नहीं सी करना। कहंदी मेरे ते रह नहीं होया भी मैं गुरु ते गल्लां सुण ही नहीं सकदी जिहड़ियां कथा च कहीदियां ਉਹਨੇ किते अखंड पाठ वांगू अखर छड्डिया ही कोई नहीं, सारे पढ़दा उकणे। सास जी गुरप्रताप सूरत ग्रंथ की कथा इस करके औखे, ये नहीं भी पद औखे ना, सिद्धांत औखा है। ਇਹਦੇ सिद्धांत ਨੂੰ जोड़ना औखा है। ਜਿਹੜੀ ਸਾਖੀ ਗੁਰਬਾਣੀ ਦੇ ਅਨੁਸਾਰ ਨਹੀਂ ਮਿਲਦੀ ਉਹ ਸਾਖੀ ਸਾਡੀ ਨਹੀਂ ਹੈ ਤੇ ਉਹਨੂੰ ਦੇਖਣਾ ਪਏਗਾ ਵੀ ਕਿੱਥੋਂ ਆਈ ਹੈ, ਇਹ ਰੂਪ ਬਦਲਾ ਕੇ ਵਿੱਚ ਪ੍ਰਵੇਸ਼ ਕਿਵੇਂ ਹੋਈ ਹੈ, ਉਹਦੇ ਛਾਣਬੀਣ ਕਰਨੀ ਪਏਗੀ। ਗੁਰੂ ਕਿਰਪਾ ਜੀ। ਚਲੋ ਦੋਹਰਾ गुरु एकांत होए जब है कौला दर्शन प्यास। जदों एकांत विच अमृतसर साहब गुरु हरगोबिंद साहिब जी बैठे हैं, कौला दर्शना दी प्यासी, दर्श तेरे की प्यास मन लगी, जिज्ञासा ऐसी है। ये थोड़ा भी सिखां नूं अधिकार है भी वो गुरु की उपासना कर सकते, सिखणियां नूं नहीं। ये कौन कहता है? प्यो दे नाल धी दी भी उन्नी साझ है, प्यो दे नाल पुੱਤ दी भी उन्नी साझ है। गुरु तो साझा भाई सारे ते दर्शना दी प्यास है, जिज्ञासा है। आईयत मुदत हृदय प्रवेशे दास निवास। उस मकान विच प्रवेश होई जिथे सतगुरु जी विराजमान सन, दर्शन करने लिए आई है कौला। जो पई जन सुन कान प्रै बात कोरी। ते मानो गुरु साहब के बचन सुनने वास्ते जिवें चकोरी जिहड़ी है वो चंद्रमा का दर्शन करके आनंद प्राप्त करती है। दौड़ी निकट चंद की ओरी। वो जिवें चंद वाले पासे नूं दौड़दी है ना चकोरी, ऐ समझो कहंदे चकोरी दी न्याई, सिख चकोर दी न्याई, सिखड़ियां चकोरी दी न्याई हन। मनो प्रेम ते हाय कर बौरी। प्रेम दे विच मनो झल्लीए हो गई है, बौरी हो गई है। जिवें कबीर साहब कहंदे, कबीर ਨੂੰ ਸਾਰੇ ਲੋਕ ਕਹਿੰਦੇ ਬੌਰਾ ਹੋ ਗਿਆ ਕਬੀਰ। ਮੈਂ ਬੌਰਾ ਸਭ ਖਲਕ ਸਿਆਣੀ ਤੇ ਕਹਿੰਦਾ ਵੀ ਮੈਂ ਬੌਰੀ ਚੰਗਾ ਹੈ। ਰਾਮ ਯੋਗੀ ਨਹਿ ਜੀਏ ਜੀਏ ਤਾਂ ਬੌਰਾ ਹੋਏ। ਇਹ ਝਾਰ ਹਾਲਤ ਹੀ ਬਿਰਾਗੀ ਦੀ ਚੰਨਿਆਂ ਵਰਗੀ ਹੋ ਜਾਂਦੀ। ਪ੍ਰੇਮ ਦੇ ਚ ਬੌਰੀ ਹੋ ਗਏ। ਕਮਲ ਖਿੜੇ ਪਰ ਆਵਤ ਭੌਰੀ। ਜਿਵੇਂ ਕਮਲ ਖਿੜਿਆਂ ਦੇ ਉੱਤੇ ਭੌਰੀ ਆ ਜਾਂਦੀ ਹੈ, ਇਉਂ ਗੁਰੂ ਸਾਹਿਬ ਦਾ ਚਿਹਰਾ ਤਾਂ ਕਮਲ ਦੀ ਨਿਆਈ ਹੈ, सिकड़ी भौरी दी न्याई है, भगती दी सुगंधी लैण वास्ते आई है। सुंदर मंदिर अंदर धरिया। सुंदर मंदिर दे अंदर इस प्रकार करे दर्शन चरणन पर परिया। ते आके खड़ी है दर्शन करन। जिवें कमल दी बगीची दा भावें सरोवरां च हुंदी है ते ये अंदर धरिया, मानो ये कमल मकान दे अंदर है ते भौरी उहदे सुगंधी लैण वास्ते आई है। आके चरणों ते शीस रखिया। मनो रंग को प्राप्त राजू। मानो किसी गरीब नूं राज मिल गया। गुरु का दर्शन ते छोटी जी गल है सिख वास्ते, इन्ना आनंद प्राप्त होया जी। मन में गिनत धन दिन आजो। मन दे गिनती है धन है, धन सो वेला घड़ी तन, धन मूर्त पलशार, धन सो दिन संजोगड़ा जिद डिठा गुर दरसार। गुरु के दर्शनों का आनंद प्राप्त होया। कमल विलोचन तेजल डारे। कमल विलोचन
ਨੇਤਰ ਕਮਲਾਂ ਦੀਆਂ ਪੰਖੜੀਆਂ ਵਰਗੇ ਸੁੰਦਰ ਕੌਲਾਂ ਦੇ, ਉਹਨਾਂ ਦੇ ਵਿੱਚੋਂ ਵਿਰਾਗ ਦੇ ਅੰਸੂ ਵਗਦੇ ਹਨ। ਜਨ ਆਨੰਦ ਦੇ ਚਰਨ ਪਖਾਰੈ, ਮਾਨੋ ਇਹ ਜਨ ਸੇਵਕ ਨੇ ਆਪਣੇ ਗੁਰੂ ਦੇ ਚਰਨਾਂ ਨੂੰ ਹੰਝੂਆਂ ਦੇ ਨਾਲ ਪਖਾਰਿਆ, ਝੋਨਾ ਕੀਤਾ, ਚਰਨ ਪਖਾਰ ਕਰੋ ਗੁਰ ਸੇਵਾ, ਹੰਝੂਆਂ ਦੇ ਨਾਲ ਧੋ ਦਿੱਤੇ ਚਰਨ ਜੀ। ਹੱਥ ਜੋੜ ਸਨਮੁਖ ਗੁਰ ਬੈਸੀ, ਹੱਥ ਜੋੜ ਕਰਕੇ ਸਾਹਮਣੇ ਸਤਿਗੁਰਾਂ ਦੇ ਬੈਠ ਗਏ। ਮੂਰਤ ਦੇਖੀ ਦਿਵਾਕਰ ਜੈਸੀ, ਮੂਰਤ ਦੇਖੀ ਦਿਵਾਕਰ ਕਹਿੰਦੇ ਨੇ ਸੂਰਜ ਨੂੰ, ਸੂਰਜ ਦੀ ਨਿਆਣੀ ਇਉਂ ਮਹਾਰਾਜ ਸਾਹਿਬ ਦਾ ਚਿਹਰਾ ਵੇਖ ਰਹੀ ਹੈ। ਕਮਲ ਬਲੋਚਨ ਵਿਕਸਤ ਜਾਤ, ਜਿਵੇਂ ਸੂਰਜ ਦੇ ਅਲੰਕਾਰ ਨੇ, ਮਹਾਂਪੁਰਖਾਂ ਦੇ ਸਾਥੀ ਸਾਰੇ ਅਲੰਕਾਰ ਜ਼ਬਾਨੀ ਕੰਠ ਹੁੰਦੇ, ਗੁਰਬਾਣੀ ਦੀ ਕਥਾ 'ਚ ਇੰਨੇ ਅਲੰਕਾਰ ਬੋਲਦੇ ਸਾਹਮਣੇ ਔਖੇ ਹੋ ਜਾਏ, ਉਹ ਇੱਕ ਇੱਕ ਨੂੰ ਬੜਾ ਸਾਂਭ ਕੇ ਸਾਥ ਸੰਜੀ ਲੋੜ ਕਰਨਾ ਪੈਂਦਾ ਹੈ। ਤੇ ਇਸ ਤਰ੍ਹਾਂ ਕਮਲ ਜਿਵੇਂ ਸੂਰਜ ਨੂੰ ਦੇਖ ਕੇ ਖਿੜ ਜਾਂਦਾ ਹੈ, ਇਉਂ ਸਿੱਖ ਕਮਲ ਦੀ ਨਿਆਈ ਹੈ। ਅੱਜ ਕੌਲਾਂ ਕਮਲ ਦੀ ਨਿਆਈਆਂ ਗੁਰੂ ਸਰੂਪ ਨੂੰ ਵੇਖ ਕਰਕੇ ਖੇੜੇ ਵਿੱਚ ਆ ਗਏ। ਇਕ ਟਕ ਦੇਖ ਰਹੀ ਗੁਰ ਗਾਤ, ਗਾਤ ਸਰੀਰ ਦਾ ਨਾਮ ਹੈ। ਗੁਰੂ ਸਾਹਿਬ ਦੇ ਚਿਹਰੇ ਨੂੰ, ਮਹਾਰਾਜ ਸਾਹਿਬ ਦੇ ਸਰੀਰ ਨੂੰ ਵੇਖ ਰਹੀ ਹੈ ਇੱਕ ਟਕ। ਪੂਰਵ ਤਪ ਕੋ ਫਲ ਸੁਭ ਪਾਇਓ, ਇਹ ਪੂਰਬਲੇ ਜਨਮ ਦਾ ਤਪ ਦਾ ਫਲ ਮਿਲਿਆ ਕੌਲਾਂ ਨੂੰ, ਜਿਹੜਾ ਐਡਾ ਵੱਡਾ ਗੁਰੂ ਮਿਲਿਆ। ਗੁਰ ਜੈਸਾ ਨਾਹੀ ਕੋ ਦੇ, ਜਿਸ ਮਸਤਕ ਭਾਗ ਮੱਥੇ ਦੇ ਚੰਗੇ ਭਾਗ ਸੋ ਲਾਗਾ ਸੇ। ਗੁਰੂ ਦੀ ਸੇਵਾ 'ਚ ਉਹ ਲੱਗਦਾ ਭਾਈ। ਅਤ ਪਰਮੋਦ ਚਿਤ ਕਹਿਓ ਨਾ ਜਾਇਓ, ਇਹ ਮੋਦ ਨਾਮ ਪ੍ਰਸੰਨਤਾ ਦਾ ਸੰਸਕ੍ਰਿਤ ਦੇ ਪਦ ਦੋਨੇ, ਪਰ ਵੀ ਸੰਸਕ੍ਰਿਤ ਹੈ, ਮੋਦ ਵੀ ਸੰਸਕ੍ਰਿਤ ਹੈ। ਪਰ ਜਮਾ ਮੋਦ, ਪਰ ਵਿਸ਼ੇਸ਼ ਕਰਕੇ ਅਰਥ ਦਿੰਦਾ ਹੈ। ਮੋਦ ਨਾਮ ਪ੍ਰਸੰਨ, ਵਿਸ਼ੇਸ਼ ਕਰਕੇ ਪ੍ਰਸੰਨਤਾ, ਆਨੰਦ ਪ੍ਰਾਪਤ ਹੋਇਆ। ਤੇਰੇ ਮਾਤਰ ਚਿਤ ਸਤਿਗੁਰ ਦੇਖੀ, ਪ੍ਰੇਮ ਦੇ ਵਿੱਚ ਪ੍ਰੇਮ ਆਤਰ, ਪ੍ਰੇਮ ਦੇ ਵਿੱਚ ਦੁਖੀ ਹੋਈ ਦੇਖਿਓ। ਦੇਖੋ ਹੰਝੂ ਤਾਂ ਦੁੱਖ ਦੇ ਵਿੱਚ ਹੀ ਆਉਂਦੇ ਆ ਨਾ। ਵੀ ਮਹਾਰਾਜ ਸਾਹਿਬ ਨੇ ਦੱਸਿਆ ਵੀ ਇਹ ਵਿਛੋੜੇ ਨੂੰ ਅਨੁਭਵ ਕਰਕੇ ਵੀ ਇੰਨੀ ਦੇਰ ਤੋਂ ਬਾਅਦ ਮਿਲੇ, ਤੇ ਮਹਾਰਾਜ ਸਾਹਿਬ ਨੇ ਅਨੁਭਵ ਕੀਤਾ। ਕਹੋ ਕੋਲਾ ਤਨ ਕੁਸਲ ਨਸੇਖੀ, ਮਹਾਰਾਜ ਕਹਿੰਦੇ ਕਹੋ ਕੋਲਾ, ਜਿਵੇਂ ਬਾਕੀ ਦੇ ਸਿੱਖਾਂ ਨੂੰ ਪੁੱਛਦੇ, ਸੁਣ ਸਿੱਖਾ ਤੇਰਾ ਕੀ ਹਾਲ ਹੈ, ਭਾਈ ਤੇਰਾ ਕੀ ਹਾਲ ਹੈ। ਕੌਲਾ ਆਈ, ਮੈਂ ਪੁੱਛੇ ਕੌਲਾ ਸੁਣ ਸੁਖ ਆਨੰਦ ਵਿੱਚ ਰਹੀ ਤੂੰ, ਸੁਖ ਸਾਧ ਪੁੱਛੀ ਹੈ। ਸਰਬ ਰੀਤ ਤੇ ਸੁਖ ਸੋ ਰਹੀ, ਤੈਨੂੰ ਹਰ ਪ੍ਰਕਾਰ ਕਰਕੇ ਸੁਖ ਦਿੱਤੇ ਹੈ। ਗੁਰੂ ਨਾਨਕ ਦੇ ਘਰ ਵਿੱਚ ਤੈਨੂੰ ਕੋਈ ਦੁੱਖ ਨਾ ਮਿਲੇ। ਬੜਾ ਦੁੱਖ ਭੋਗਿਆ ਤੈਂ ਕਾਜੀ ਦੇ ਘਰ। ਹੁਣ ਕਿਸੇ ਸਿੱਖ ਵੱਲੋਂ, ਕਿਸੇ ਸਿੱਖੜੀ ਵੱਲੋਂ ਤੈਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ ਭਾਈ। ਸੀ ਕਿਉਂ ਤੂੰ ਬੰਦਗੀ ਕਰਦੀਆਂ ਠੀਕ, ਨਾਮ ਜਪਦੀਆਂ ਠੀਕ, ਆਨੰਦ ਹੈ, ਤੈਨੂੰ ਕੋਈ ਤਕਲੀਫ ਤਾਂ ਨਹੀਂ। ਇਹ ਪੁੱਛਿਆ ਮਹਾਰਾਜ ਨੇ। ਧਰਮ ਬਣਦਾ ਸੀ ਮਹਾਰਾਜ ਸਾਹਿਬ ਜੀ ਦਾ ਵੀ। ਸੁਣ ਬਿਰਧ ਵਾਕ ਆਪਨ ਕਹੀ, ਮਿਰਦ ਕੋਮਲ ਜੇ ਮਿੱਠੇ ਵਚਨ ਕਹੇ ਸਤਿਗੁਰੂ ਮਹਾਰਾਜ ਨੇ। ਕਿਰਪਾ ਆਪ ਕੀ ਉਪਰ ਜਬ ਕੀ, ਅੱਗੋਂ ਮਿੱਠਿਆਂ ਵਚਨਾਂ ਵਿੱਚ ਕੌਲਾਂ ਬੋਲੀ। ਕਹਿਣ ਲੱਗੀ ਮਹਾਰਾਜ ਜਦ ਤੋਂ ਆਪ ਜੀ ਦੀ ਕਿਰਪਾ ਹੋ ਗਈ, ਦੁੱਖ ਤਾਂ ਨੇੜੇ ਨਹੀਂ ਆ ਸਕਦਾ। ਨਰਕ ਭੋਗ ਰਿਹਾ ਮੈਂ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਹੁਣ ਸੁੱਖ ਹੀ ਸੁੱਖ ਹੈ। ਤੁਹਾਡੇ ਚਰਨਾਂ ਦੇ ਵਿੱਚ ਦੁੱਖ ਕਿੱਥੇ ਆ ਸਕਦਾ, ਨੇੜੇ ਨਹੀਂ ਆ ਸਕਦਾ। ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਆ ਸਕਦਾ, ਦੁੱਖ ਤਾਂ ਦੂਰ ਹੀ ਰਹਿ ਜਾਂਦੇ ਨੇ, ਗੁਰੂ ਸਰੂਪ ਦੇ ਨੇੜੇ ਨਹੀਂ ਆ ਸਕਦੇ। ਇਹ ਭਾਵਨਾ ਰੱਖੀ। ਪਦਵੀ ਕੁਸ਼ਲ ਨਹੀਂ ਮੈਂ ਤਬ ਕੀ, ਮੈਂ ਉਦੋਂ ਦੀ ਕੁਸ਼ਲ ਆਨੰਦ ਦੀ ਪਦਵੀ ਪ੍ਰਾਪਤ ਕਰ ਲਈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਮੈਂ ਤੁਹਾਡੇ ਕੋਲੋਂ ਆਨੰਦ ਜਾਣਿਆ। ਰਾਵਰ ਦਰਸ਼ਨ ਇੱਛਾ ਬਿਨਾ, ਆਪ ਜੀ ਦੇ ਦਰਸ਼ਨਾਂ ਦੀ ਇੱਛਾ ਤੋਂ ਬਿਨਾ ਹੁਣ ਤਾਂ ਇੱਛਾ ਕੋਈ ਨਹੀਂ ਰਹੀ ਮਹਾਰਾਜ। ਹੋਰ ਸੰਸਾਰ ਦੀਆਂ ਇੱਛਾ ਹੀ ਖਤਮ ਹੋ ਗਈਆਂ ਸਾਰੀਆਂ। ਹਿਰਦੇ ਮਨੋਰਥ ਉਠੈ ਨਾ ਅਨਾ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਦਰਸ਼ਨਾਂ ਤੋਂ ਬਿਨਾ ਕੋਈ ਸੰਕਲਪ ਹੀ ਨਹੀਂ ਉੱਠਦਾ। ਹਰ ਵੇਲੇ ਗੁਰੂ ਦੀ ਮੂਰਤ ਮਨ ਮਹਿ ਧਿਆਨ, ਤੁਹਾਡਾ ਸਰੂਪ ਹੈ ਮੇਰੇ ਹਿਰਦੇ 'ਚ ਰਹਿੰਦਾ ਹੈ। ਰਹੀ ਉਡੀਕਤ ਨਾਮ ਆਧਾਰਾ, ਪਰ ਮਹਾਰਾਜ ਮੈਂ ਬੜੀ ਉਡੀਕ ਕੀਤੀ ਆਪ ਜੀ ਦੀ, ਬੜੀ ਦੇਰ ਲਾ ਦਿੱਤੀ ਆਪ ਜੀ ਨੇ। ਰੋਜ਼ ਦਰਸ਼ਨ ਕਰਨ ਦਾ ਸੁਭਾਅ ਬਣਿਆ ਹੋਇਆ ਹੈ, ਹੁਣ ਦਰਸ਼ਨ ਬੜੀ ਦੇਰ ਬਾਅਦ ਹੋਇਆ ਤਾਂ ਅੱਖਾਂ 'ਚੋਂ ਹੰਝੂ ਆ ਗਏ ਮਹਾਰਾਜ। ਵੀ ਇਸ ਕਰਕੇ ਬੜੀ ਦੇਰ ਬਾਅਦ ਆਪ ਜੀ ਦਾ ਦਰਸ਼ਨ ਪ੍ਰਾਪਤ ਹੋਇਆ। ਰੁਚ ਸੋ ਅਚੋ ਨਾ ਕਹੂੰ ਆਹਾਰਾ, ਮਹਾਰਾਜ ਤੁਹਾਡੇ ਵਿਛੋੜੇ ਵਿੱਚ ਕਦੇ ਨਾ ਭੋਜਨ ਵੀ ਚੰਗਾ ਨਹੀਂ ਲੱਗਿਆ। ਤਿਸ ਬਿਨ ਨੀਂਦ ਭੂਖ ਔ ਕੈਸੀ, ਕਾਪਰ ਤਨ ਨਾ ਸੁਖਾ। ਇਹ ਵੀ ਚੰਗੇ ਨਹੀਂ ਲੱਗੇ ਹਨ। ਹੀਰਤ ਯਾਰ ਅਚਾਨਕ ਮੋਹੀ, ਤੇ ਜਦੋਂ ਹੇਰਤ ਆਨ ਅਚਾਨਕ, ਜੇ ਕਿਤੇ ਅਚਾਨਕ ਆ ਕੇ ਦੇਖਦੇ ਮੈਨੂੰ, ਤਬ ਜਾਣਤ ਮੈਂ ਜਿਸ ਵਿਦ ਹੋਈ। ਇਹ ਆਪ ਜੀ ਨੂੰ ਪਤਾ ਲੱਗਦਾ ਵੀ ਮੇਰੇ ਸਰੀਰ ਦੀ ਹਾਲਤ ਕੀ ਰਹੀ ਹੈ। ਰਾਵਰ ਕੋ ਸੁਣ ਕਰ ਅਗਵਨ, ਜਦੋਂ ਸੁਣਿਆ ਵੀ ਆਪ ਜੀ ਆ ਗਏ ਹੋ, ਨੇੜੇ ਆ ਗਏ, ਤਸ਼ਨ ਤਨ ਹੋਇਓ ਮੁਦ ਭਵਨ, ਤਾਂ ਫਿਰ ਮੇਰਾ ਜਿਹੜਾ ਸਰੀਰ ਹੈ ਨਾ, ਉਹ ਤਾਂ ਪ੍ਰਸੰਨਤਾ ਦਾ ਘਰ ਹੀ ਬਣ ਗਿਆ।
ਤੰਦਰੁਸਤੀ ਆ ਗਈ ਉਸੇ ਵੇਲੇ। ਸਰੀਰ ਤਾਂ ਨਹੀਂ ਸਿੱਥਰ ਹੋ ਗਿਆ ਸੀ ਤੁਹਾਡੇ ਵਿਛੋੜੇ ਵਿੱਚ। ਦਰਸ਼ਨ ਦਰਸਿਓ ਅਬ ਦੁਖ ਦਵਨੁ। ਹੁਣ ਤੁਹਾਡੇ ਦਰਸ਼ਨ ਹੋ ਗਏ, ਹੁਣ ਦੁੱਖ ਤਾਂ ਸਾਰੇ ਨਾਸ ਹੋ ਗਏ ਤੁਹਾਡੇ ਦਰਸ਼ਨ ਕਰਕੇ ਮਹਾਰਾਜ। ਕੋਈ ਦੁੱਖ ਨੇੜੇ ਨਹੀਂ ਰਿਹਾ। ਸਦਾ ਹਿਰਦੇ ਮਹਿ ਵਾਸੈ ਜਬਨੁ। ਤੇ ਜਦੋਂ ਜਾਤੋਂ ਸਦਾ ਹੀ ਮੇਰੇ ਹਿਰਦੇ ਵਿੱਚ ਵਸਦੇ ਹੋ। ਸੁਣ ਗੁਰ ਕਹਿਓ ਕਰਿਓ ਹਿਤ ਤੋਰਾ। ਮਹਾਰਾਜ ਸਾਹਿਬ ਜੀ ਕਰਿਓ ਹਿਤ ਤੋਰਾ। ਤੇਰਾ ਤੇ ਤੂੰ ਇੰਨਾ ਹਿਤ ਕਰਿਆ ਹੈ। ਮਹਾਰਾਜ ਸਾਹਿਬ ਕਹਿੰਦੇ ਤੇਰਾ ਪੱਖ ਲਿਆ ਸੀ। ਦਰਸ਼ਨ ਕਰਤ ਰਹੀ ਨਿਤ ਮੋਰਾ। ਸਾਡੇ ਦਰਸ਼ਨ ਕਰਦੀ ਰਹੀ ਹੈ ਤੂੰ ਹਿਤ ਧਾਰ ਕੇ। ਤੂੰ ਤਉ ਕਿਮ ਬ੍ਰਹਿ ਸੰਕਟ ਅਸਧਾਰਾ। ਗੱਜ ਕੇ ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਰਮਜ ਮਾਰੀ ਮਹਾਰਾਜ ਨੇ। ਕਹਿੰਦੇ ਕੌਲਾਂ ਤੂੰ ਕਹਿੰਦੀਆਂ ਵਿਛੜੀ ਰਹੀਆਂ, ਰੋਜ਼ ਤਾਂ ਦਰਸ਼ਨ ਕਰਦੀ ਰਹੀਆਂ ਤੂੰ। ਇਹ ਆਪ ਦੇ ਸਮਝਣ ਵਾਲੀ ਤਾਂ ਗੱਲ ਹੈ ਨਹੀਂ ਸੀ। ਤੂੰ ਰੋਜ਼ ਦਰਸ਼ਨ ਕਰਦੀ ਸੀ, ਫਿਰ ਤੂੰ ਕਹਿੰਦੀ ਵਿਛੜੀ ਰਹੀ। ਵੀ ਇਹ ਕਿਸ ਤਰ੍ਹਾਂ ਦੀ ਬਾਤ ਹੈ, ਜੁੜਦੀ ਨਹੀਂ ਬਾਤ। ਹੁਣ ਇਹਦਾ ਖੁਲਾਸਾ ਹੋਊਗਾ ਕਿ ਜੇ ਪ੍ਰਥਮ ਦੇਖ ਜੇ ਕਰਤ ਆਹਾਰਾ। ਤੇ ਪਹਿਲਾਂ ਤੂੰ ਦਰਸ਼ਨ ਕਰਦੀ ਸੀ, ਫਿਰ ਆਹਾਰ ਕਰ ਲੈਂਦੀ। ਵੀ ਇਹ ਜਿਵੇਂ ਪਹਿਲਾਂ ਰੀਤ ਚਲੀ ਆ ਰਹੀ ਹੈ, ਦਰਸ਼ਨ ਤਾਂ ਰੋਜ਼ ਹੁੰਦੇ ਰਹੇ ਤੈਨੂੰ। ਕੋਈ ਇੱਕ ਦਿਨ ਐਸਾ ਹੈ ਜਦੋਂ ਤੈਨੂੰ ਮੇਰੇ ਦਰਸ਼ਨ ਨਾ ਹੋਏ ਹੋਣ। ਤੇ ਇਹ ਬਹੁਤ ਵਾਰਤਾ ਸੀ। ਇਹ ਗੁੱਜਾ ਭੇਖ ਸੀ ਜਿਹੜਾ ਕੇਵਲ ਅਭਿਆਸੀ ਜਾਣਦੇ ਆ, ਦੂਸਰੇ ਨਹੀਂ। ਸੋ ਦੱਸਦੇ ਹਾਂ ਜੀ ਕਹਿਤ ਭਾਈ ਨਿਰਚਾ ਇਹ ਆਇਓ। ਮਹਾਰਾਜ ਇਹ ਤਾਂ ਠੀਕ ਹੈ ਬਾਤ, ਤੁਸੀਂ ਜੋ ਕਹਿ ਰਹੇ ਹੋ ਸੱਚ ਹੈ। ਮੈਂ ਦਰਸ਼ਨ ਤਾਂ ਕਰਦੀ ਰਹੀ ਹਾਂ, ਮੈਂ ਮੁੱਕਰ ਨਹੀਂ ਸਕਦੀ। ਜਿਹੜੀ ਗੱਲ ਤੁਹਾਨੂੰ ਪਤਾ ਹੀ ਲੱਗ ਗਿਆ। ਤੇ ਮਹਾਰਾਜ ਅੰਤਰਜਾਮੀ ਹੋ, ਮੈਂ ਰੋਜ਼ ਦਰਸ਼ਨ ਕਰਦੀ ਰਹੀ ਹਾਂ, ਇਹਦੇ 'ਚ ਕੋਈ ਦੋਰਾਵਾ ਨਹੀਂ। ਨਿਤ ਦਰਸ਼ਨ ਕੋ ਮੈਂ ਮਲਾਇਓ। ਮੈਂ ਦਰਸ਼ਨ ਕਹਿੰਦੇ ਕਿਵੇਂ ਕਰਦੀ ਸੀ, ਜਾਣ ਕੇ ਪੁੱਛਦੇ ਆ ਮਹਾਰਾਜ। ਕਹਿੰਦੇ ਕਿ ਇਸ ਪ੍ਰਕਾਰ ਮਹਾਰਾਜ ਮੈਂ ਦਰਸ਼ਨ ਕਰਦੀ ਸੀ। ਕਰ ਇਸ਼ਨਾਨ ਜਬ ਸਿਮਰਨ ਕਰਿਓ। ਜਦੋਂ ਮੈਂ ਇਸ਼ਨਾਨ ਕਰਕੇ ਸਤਿਗੁਰੂ ਜੀ ਸਿਮਰਨ ਦੇ ਵਿੱਚ ਬਹਿੰਦੀ ਸੀ ਨਾ, ਤੇ ਉਸ ਵੇਲੇ ਮੇਰੇ ਅੰਤਸਕਰਨ ਦੇ ਵਿੱਚ ਤੁਹਾਡਾ ਸਰੂਪ ਐਂ ਪ੍ਰਗਟ, ਜਿੱਥੇ ਵੀ ਤੁਸੀਂ ਹੁੰਦੇ ਸੀ। ਇਹ ਨਹੀਂ ਹੈ ਵੀ ਦੇਖਿਆ ਹੋਇਆ ਸਰੂਪ ਪ੍ਰਗਟ ਹੁੰਦਾ ਸੀ, ਨਹੀਂ, ਇਹ ਫਰਕ ਹੈ ਦਾਸ ਜੀ। ਕਹਿੰਦੇ ਮਹਾਰਾਜ ਤੁਸੀਂ ਉਸ ਵੇਲੇ ਮੇਰੇ ਹਿਰਦੇ ਸਾਖਸ਼ਾਤ ਮੈਨੂੰ ਦਿਸਣ ਲੱਗ ਜਾਂਦੇ ਸੀ, ਜਿਵੇਂ ਮੇਰੇ ਸਾਹਮਣੇ ਬੈਠੇ ਹੋ। ਸ਼ਨਕ ਮਾਤਰ ਨਿਤ ਦਰਸ਼ਨ ਹਰਿਓ। ਇੱਕ ਸ਼ਨਕ ਮਾਤਰ ਦਰਸ਼ਨ ਹੁੰਦਾ ਸੀ, ਭਾਵੇਂ ਤੁਸੀਂ ਕਿਸੇ ਹਾਲਤ ਵਿੱਚ ਹੁੰਦੇ ਸੀ, ਦਰਸ਼ਨ ਉੱਥੇ ਦਾ ਹੁੰਦਾ ਸੀ ਜਿੱਥੇ ਬੈਠੇ ਹੋ ਸੀ। ਇਹ ਨਹੀਂ ਵੀ ਪਹਿਲਾਂ ਦੇਖਿਆ ਦਰਸ਼ਨ ਕਰਦੇ। ਹੁਣ ਇਹ ਅਵਸਥਾ ਕੌਲਾਂ ਦੀ ਤਾਂ ਹੀ ਹੋ ਸਕਦੀ ਸੀ ਜੇ ਇੱਕ ਬੰਦਗੀ 'ਚ ਪੂਰੀ ਹੋ ਗਈ ਸੀ, ਉਹ ਜੇ ਉਹਦੀ ਅਵਸਥਾ ਪੂਰੀ ਹੋ ਗਈ ਸੀ। ਸੋ ਇਸ ਕਰਕੇ ਇਹ ਸਾਰੀ ਮਿਥਿਆਵਾਤ ਹੈ ਜਿਹੜੀ ਪਿੱਛੇ ਸਾਧ ਸੰਗਤ ਜੀ ਕੋਈ ਹੋਰ ਦਾ ਹੋਰ ਹੀ ਰੰਗ ਚਾੜਿਆ ਹੋਇਆ ਹੈ, ਉਹਨੂੰ ਸੰਭਲ ਕੇ ਗਿਆਨੀ ਸਿੰਘਾਂ ਨੂੰ ਕਰਨੀ ਚਾਹੀਏ। ਨਹੀਂ ਤਾਂ ਉਹ ਇਹ ਜਿਹੇ ਪ੍ਰਸੰਗਾਂ ਨੂੰ ਲੈ ਕੇ ਅੱਜ ਨਵੇਂ ਗਿਆਨਾਂ ਤੋਂ ਉੱਠ ਕੇ ਜਿਹੜੇ ਉਹ ਫਿਰ ਕਹਿੰਦੇ ਲੋ ਜੀ ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਬਹੁਤ ਗਲਤ ਲਿਖਿਆ ਹੋਇਆ ਹੈ, ਇਹ ਤਾਂ ਕਦੇ ਨਹੀਂ ਕਰਨੀ ਚਾਹੀਦੀ ਸਾਧ ਸੰਗਤ ਜੀ। ਤੇ ਜਿਹੜਾ ਅੰਮ੍ਰਿਤ ਰੂਪ ਕਥਾ ਹੈ ਉਹਨੂੰ ਨਿੱਕੇ ਜੇ ਮਣਾ ਮੂਹੀ ਦੁੱਧ 'ਚ ਮੱਖੀ ਇੱਕ ਡਿੱਗੀ ਤਾਂ ਇਹਦਾ ਮਤਲਬ ਸਾਰਾ ਡੋਲਦੀ ਹੈ। ਮੱਖੀ ਕੱਢਣ ਦੀ ਮੱਖੀ ਨਾ ਪੈਣ ਦਿਓ। ਦੁੱਧ ਪਵਿੱਤਰ ਦਾ ਪਵਿੱਤਰ ਹੈ, ਉਹਨੂੰ ਉਸੇ ਤਰ੍ਹਾਂ ਰਹਿਣ ਦਿਓ। ਸੋ ਇਸ ਪ੍ਰਕਾਰ ਦੱਸਦੇ ਹਾਂ। ਜਿਸ ਵਿਦ ਹੋਤੇ ਤੋਂ ਤਿਸ ਕਾਲ। ਮਹਾਰਾਜ ਕਾਲਨਾਮੇ ਸਮੇਂ ਦਾ ਜਿਹੜੀ ਵਿਧੀ ਵਿੱਚ, ਜਿਹੜੀ ਮਰਿਆਦਾ 'ਚ, ਜਿਸ ਢੰਗ ਦੇ ਵਿੱਚ ਤੁਸੀਂ ਉਸ ਵੇਲੇ ਅੰਮ੍ਰਿਤ ਵੇਲੇ ਹੁੰਦੇ ਸੀ ਮਹਾਰਾਜ, ਉਸ ਵੇਲੇ ਮੈਂ ਜਦੋਂ ਸਿਮਰਨ 'ਚ ਬਹਿੰਦੀ ਸੀ ਮੈਨੂੰ ਸਾਖਸ਼ਾਤ ਦਿੰਦੇ ਸੀ। ਤੁਸੀਂ ਉਸੇ ਤਰ੍ਹਾਂ ਬੈਠੇ ਕਹਿ ਚੜੇ ਵਿਸਾਲ। ਜੇ ਤੁਸੀਂ ਬੈਠੇ ਹੁੰਦੇ ਸੀ ਮੈਨੂੰ ਬੈਠੇ ਦੇਖਦੇ ਸੀ, ਜੇ ਤੁਸੀਂ ਘੋੜੇ ਦੇ ਜਿਹੜੇ ਹੋ ਮੈਨੂੰ ਘੋੜੇ ਦੇ ਜਿਹੜੇ ਦੇਖਦੇ ਸੀ, ਜੇ ਤੁਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋ ਮੈਨੂੰ ਇਸ਼ਨਾਨ ਕਰਦੇ ਦੇਖਦੇ ਸੀ। ਇਸ ਕਰਕੇ ਮਹਾਰਾਜ ਉਸ ਵੇਲੇ ਮੈਨੂੰ ਦੂਰ ਦਰਸ਼ਨ ਜਿਹੜੇ ਅਹਿਸਾਸ ਸੀ, ਇਹ ਵੀ ਇੱਕ ਸਿੱਧੀ ਹੈ, ਦੂਰ ਦੇ ਦਰਸ਼ਨ ਹੋ ਜਾਣੇ। ਉਸੇ ਤਰ੍ਹਾਂ ਮੈਨੂੰ ਦਰਸ਼ਨ ਹੁੰਦੇ ਰਹੇ। ਜਸ ਕੋਸ਼ਿਸ਼ ਜਸ ਹੋਤ ਸੁਭਾਉ। ਤੇ ਜਿਸ ਪ੍ਰਕਾਰ ਪੁਸ਼ਾਕ ਪਹਿਨਦੇ, ਜਿਸ ਤਰ੍ਹਾਂ ਦਾ ਸੁਭਾਅ ਆਪ ਜੀ ਵਰਤਦੇ, ਮੈਨੂੰ ਉਸੇ ਤਰ੍ਹਾਂ ਦਰਸ਼ਨ ਹੁੰਦੇ ਰਹੇ। ਗਰੀਬ ਨਵਾਜ਼ ਇਸੀ ਪ੍ਰਕਾਰ ਦਰਸ਼ਕੋ ਤੋਂ ਉਸੇ ਪ੍ਰਕਾਰ ਮੈਨੂੰ ਦਰਸ਼ਨ ਹੁੰਦੇ। ਕਹਿਨ ਪਰਸਪਰ ਹੋਏ ਨਾ ਕੋਈ। ਮਾਰੇ ਕਹਿੰਦੇ ਫਿਰ ਕੰਮ ਕਿਹੜੀ ਗੱਲ ਦਾ ਤੈਨੂੰ ਰਹਿ ਗਿਆ, ਰੋਜ਼ ਦਰਸ਼ਨ ਹੁੰਦੇ ਸੀ, ਰੋਂਦੀ ਕਿਉਂ ਹੈ ਹੁਣ ਤੂੰ। ਕੌਲਾਂ ਨੇ ਫਿਰ ਬਹੁਤ ਇੱਕ ਸੁੰਦਰ ਵਚਨ ਕਿਹਾ, ਗਰੀਬ ਨਵਾਜ਼ ਦਰਸ਼ਨ ਤਾਂ ਹੁੰਦੇ ਸੀ ਪਰ ਤੁਹਾਡਾ ਵਚਨ ਨਹੀਂ ਸੀ ਸੁਣਾਉਂਦਾ, ਕੱਲੇ ਦਰਸ਼ਨ ਹੁੰਦੇ ਸੀ। ਮੈਂ ਦਰਸ਼ਨ ਵੀ ਤਾਂ ਕਰਨੇ ਚਾਹੁੰਦੀ ਹਾਂ ਤੇ ਨਾਲ ਵਚਨ ਵੀ ਸੁਣਨੀ ਚਾਹੁੰਦੀ। ਕਲਗੀਧਰ ਪਾਤਸ਼ਾਹ ਨੂੰ ਇਹੀ ਕਿਹਾ ਸੀ ਸਿੱਖਾਂ ਨੇ, ਗਰੀਬ ਨਵਾਜ਼ ਤੇ ਆਪ ਤਿਆਰੀ ਕਰ ਲਈ ਹੈ ਸੰਸਾਰ ਤੋਂ ਜਾਣ ਦੀ। ਤ੍ਰਿਤੀਆ ਕੀ ਵੀਰ ਸਭਾ में जब प्रेम साई सब सिदन कर जोर के अर्ज अलाई। आप लोभ तन करन की कर लई तैयारी, संगत किसके आसरे फिर जिए विचारी।
पगरावत लड़ गुर रहे पूर्वले हेरो, निज तन तजने के समय दूसरे गुर केरो। महाराज तुसी सहजी कह दिता ते किवें सानू विछोड़ा दे के चले जाओ। ये कह गुरु ग्रंथ का प्रकाश करायो, पैसे पंच नले न तिस अगर टकायो। उत्थे एक गल कही कहते देखो दो प्रकार करके प्यारे का आनंद होता है, एक तो चेहरे का दर्शन का आनंद, ते चेहरे के दर्शनों का आनंद जिमें कोई गड्डी मोटर में बैठा जाता है, ਉਹਦੇ प्यार वाला अड्डे से खड़ा है, तो चेहरा उन्हें भी वह देख लिया, चेहरा उन्हें भी वह देख लिया, तो फिर वो टैलीफोन से कहता भी दर्शनों का आनंद तो हो गया पर गल ना कोई हो सके। ये काम रह गया। मैं चलो हम तो टैलीफोन बन गए, उदों चिट्ठियां आउंदियां सी ते दूसरे दूर बैठा टैलीफोन राही चिट्ठी राही अपने मन के पूरे भाव कह दिंदा है। वो कहता भी गम इस गल है भी तेरा चेहरा नहीं दिख रहा, तेरे विचार तो मेरे को पहुँच गए, चिट्ठी राही तेरे बोल पहुँच गए मेरे को। महाराज कहते दर्शनों का दो प्रकार का लगता है, ਉਹਦੀ आवाज़ भी सुनाई देवे, ਉਹਦਾ चेहरा भी दसे। महाराज कहते मेरे जिस्म त्यागण तो बाद खालसे का जिन्ना भी चेहरा है, ये तो मेरा चेहरा, मेरे चेहरे के दर्शन, खालसे के दर्शन। खालसा मेरा रूप है खास, बैसाखी का और इतिहास की। दूसरी बात जिहड़ी गुरबाणी के शब्द ये मेरी आवाज़ है, मेरी आवाज़ नाल भी जुड़ो, मेरे दर्शनां नाल भी जुड़ो। ये मुकम्मल दर्शन है जिहड़ा खालसे का और संगत का दर्शन, जिहड़ा गुरु ग्रंथ साहिब दा ग्रंथ पंथ खालस बरतन ये बदल पे कहन परस्पर होए न कोई। ते पर महाराज थोड़े परस्पर वचन नहीं सी हुंदा कोई, जियत रही पर द्विपिक दर्शन सोई। तुहाडे वो दर्शनां दे आसरे तो मैं जिंदी रही हां। इतिहाद कह सुनकर बैन, इतिहाद के वचन कह सुन करके, और आनंद पुन गमनी ऐन। ते आनंद दे सैद पुन पुना फिर अपने ऐन घर नूं सासी गमनी जाना कीता है। ते उधर सतगुरु महाराज साहब जी खान पान पढ़ते होते जी, खान पान कर सतगुर फेर। खान पान करके सतगुरु महाराज साहब जी फिर सुखद जता सुख सुखद बडेर। ते यूं महाराज साहब जी ने शरीर नूं आराम दिता। जम जामनी जागे नाथ, नाथ स्वामी अमृत वेले आप जागदे सिखां नूं जगाउंदे। सौच स्नान कीन जल साथ, फिर वो ठंडे जल दे नाल इशनान करदे। गुरु साहब दा सुभाव ते सिखां नूं भी यही दिता। अमृत वेले का इशनान करना, फिर निज स्वरूप दे विच बैठना। रहिंदी कथा सास भी कल होएगी, समा समाप्ति के नेड़े पहुँच गया। समाप्ति के मंगलदाई समय आप सारिया संगतां दा, दूर दराडे बैठे संगतां दा, संगत जी मैं बेनती करदा दास तुहाडा, तुहाडे फोन आउंदे आ मेरे कोल, उन्ना समा नहीं हुंदा, कई बार अलामे मिलदे आ जी सुन फोन ते गल नहीं होई। तुहाडी सारियां दी भावना गुरु महाराज जानदे आ। वैनकूवर तो भी फोन आए, कैदगिरी तो भी आए, विनीपिग तो भी आए, एडमिंटन तो भी आए, दूर दराडे तो सरी तो फोन सारे ये जिहड़े गुरमुख एको ही गल कहते जी असीं कथा सुने, कथा का भी बड़ा भाई कथा गुरु की है, सिखां नूं आनंद नहीं आऊगा तो आऊगी नूं। बहुत धन्नवाद तुहाडा, प्रेम दे नाल कथा सुणदे हो। जिहड़े सोध सुधाई दे वचन ने इन्हां नूं भी हिरदे च धारण कर, उन्हां चुका दी खिमा करनी। आओ इत्थे समाप्त। जाम जामनी जागे नाथ, सोच स्नान कीन जल साथ। हे गोविंद हे गोपाल हे दयाल लाल, प्राणनाथ अनाथ सखे दीन दर्द विभार। हे समर्थ अगन पूर्ण मोहे मया अंधकूप महाभयान, नानक पार उतार। आए प्रभु शरणागति कृपा निध दयाल, एक अखर हर मन बस नानक होत निहाल। वाहिगुरु नाम जहाज है चढ़े सोरे पार, जो श्रद्धा कर सेवने गुर पार उतारन। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह।